ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵੋ ਜੀ, ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਜੀ, ਬਿਘਨ ਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ, ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੇਖ ਪ੍ਰਤਾਪ ਅਨਜ ਕੋ ਤਬ ਹੀ, ਜਿਨ ਕੇ ਉਪਦੇਸ਼ਤ ਹੋਏ ਗਿਆਨ। ਪ੍ਰਾਤ ਸੰਬੰਧ ਜਾਨ ਕਰ ਕੂਰੋ, ਮਹਾਦੇਵ ਸ਼ਰਧਾਲ ਮਹਾਨ। ਤਨ ਤਜ ਬੇਕੋ ਸਮੈ ਨਿਕਟ ਲਖ, ਜਨਮ ਸਫਲਤਾ ਚਹਿ ਮਨ ਮਾਨ। ਸ਼੍ਰੀ ਅਰਜਨ ਕੋ ਲਖ ਇਕਾਂਤ ਮਹਿ, ਗਇਓ ਸਮੀਪ ਬੈਠ ਹਿਤ ਠਾਨ। ਦੇਖ ਪ੍ਰਤਾਪ ਅਨਜ ਕੋ ਤਬ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ, ਕਾਮਲ ਕਰੀਮ ਰਾਜ ਕਰਹੀਮ। ਆਜਾਨ ਬਾਹੂ ਸਾਹਾਨ ਸਾਹੂ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ
ਨੇਚਲ ਚੌਰ ਛਤਰ ਤਖਤ ਦੇ ਮਾਲਕ, ਜਗ ਦਾਤੇ ਧੰਨ ਧੰਨ ਸਾਹਿਬ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸਜ ਰਹੇ ਪਾਵਨ ਪਵਿੱਤਰ ਸੰਧਿਆ ਦੇ ਦੀਵਾਨ ਅੰਦਰ ਖੁੱਲੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗਾਂ ਦੇ ਸਦਕਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਹਜ਼ੂਰ ਦੇ ਦਰਸ਼ਨ ਦੀਦਾਰ ਕਰ ਰਹੇ ਹਾਂ। ਨਿਤਾ ਪ੍ਰਤ ਸਾਧ ਸੰਗਤ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਕਰਕੇ ਆਪਣੇ ਜੀਵਨ ਨੂੰ ਅਰਲੋਕ ਪਰਲੋਕ ਨੂੰ ਸੁਹੇਲਾ ਬਣਾ ਰਹੇ ਹਾਂ। ਗੁਰੂ ਦਰਬਾਰ ਅੰਦਰ ਚੱਲ ਰਹੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਲੜੀਵਾਰ ਗਾਥਾ ਲਮੇਰੇ ਸਮੇਂ ਤੋਂ ਆਪ ਸਭ ਸੰਗਤਾਂ ਬਹੁਤ ਸ਼ਰਧਾ ਪ੍ਰੇਮ ਸਤਿਕਾਰ ਦੇ ਨਾਲ ਸ਼ਰਵਣ ਕਰਕੇ ਇਹ ਅੰਮ੍ਰਿਤ ਨੂੰ ਕੰਨਾਂ ਰੂਪ ਡੋਨਿਆਂ ਦੇ ਨਾਲ ਸ਼ਰਵਣ ਰੂਪ ਛਕਣ ਕਰਕੇ ਹਿਰਦੇ ਦੀ ਤ੍ਰਿਪਤੀ ਪਿਆਸ ਮਿਟਾ ਰਹੇ ਹੋ। ਜਥਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪਾਂ ਸ਼ਰਵਣ ਕੀਤਾ ਹੈ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਵਾਂ ਦੀ ਕਲਿਆਣ ਕਰਦੇ ਹੋਏ ਅੰਮ੍ਰਿਤਸਰ ਸਾਹਿਬ ਦੇ ਮੁਕੱਦਸ ਧਰਤ ਨੂੰ ਭਾਗ ਲਾ ਰਹੇ ਹਨ। ਬਾਬਾ ਮਹਾਦੇਵ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਹਰਿਮੰਦਰ ਸਾਹਿਬ ਪਹੁੰਚਦੇ ਹੈ। ਹਜ਼ੂਰ ਦੇ ਦਰਸ਼ਨ ਦੀਦਾਰ ਕੀਤੇ, ਆਸਾ ਦੀ ਵਾਰ ਦਾ ਕੀਰਤਨ ਸੁਣਿਆ। ਭੋਗ ਪੈਣ ਤੋਂ ਉਪਰੰਤ ਬੇਨਤੀ ਕੀਤੀ, ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜੋਤੀ ਜੋਤ ਪੁਰਬ ਲਾਗੇ ਆ ਰਿਹਾ ਹੈ ਤੇ ਸਾਡੀ ਇੱਛਾ ਹੈ ਵੀ ਅਸੀਂ ਗੋਇੰਦਵਾਲ ਸਾਹਿਬ ਕੁਝ ਦਿਨਾਂ ਵਾਸਤੇ ਚਲੇ ਜਾਈਏ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿਣ ਲੱਗੇ, ਹੇ ਭਰਾਤਾ ਮਹਾਦੇਵ ਜੀ, ਧੰਨ ਹੋ ਆਪ, ਧੰਨ ਆਪ ਦੀ ਕਰਨੀ, ਧੰਨ ਆਪ ਦੀ ਬਿਰਤੀ ਸੁਰਤੀ, ਧੰਨ ਆਪ ਜੀ ਦੀ ਜਿਸ ਵਿੱਚ ਸਦਾ ਪਰਮੇਸ਼ਰ ਦਾ ਨਾਮ ਸਥਿਤ ਰਹਿੰਦਾ ਹੈ। ਕੋਈ ਗੱਲ ਨਹੀਂ, ਸਾਡਾ ਵੀ ਮਨ ਕਰ ਰਿਹਾ ਹੈ, ਕਾਫੀ ਸਮਾਂ ਹੋ ਗਿਆ ਗੋਇੰਦਵਾਲ ਸਾਹਿਬ ਨਹੀਂ ਗਏ ਤੇ ਆਪਾਂ ਕੱਲ ਇਕੱਠੇ ਹੀ ਗੋਇੰਦਵਾਲ ਸਾਹਿਬ ਚਲੇ ਚੱਲਾਂਗੇ। ਅਗਲਾ ਦਿਨ ਚੜ੍ਹਿਆ, ਖਾਲਸਾ ਜੀ ਪਾਤਸ਼ਾਹ ਨੇ ਤਿਆਰੀ ਕੀਤੇ, ਸੰਗਤਾਂ ਸਮੇਤ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਨੂੰ ਤੁਰੇ ਹੈ। ਪਿੱਛੇ ਦੀ ਸਾਰੀ ਦੇਖ ਰੇਖ ਸੇਵਾ ਸੰਭਾਲ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਦੇ ਸਪੁਰਦ ਕਰ ਦਿੱਤੀ। ਖਡੂਰ ਸਾਹਿਬ ਦੇ ਲਾਗਿਓਂ ਲੰਘਣ ਲੱਗੇ ਤੇ ਧੰਨ ਬਾਬਾ ਦਾਤੂ ਜੀਆਂ ਨੇ ਪਾਤਸ਼ਾਹ ਦਾ ਰਸਤਾ ਰੋਕ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਡੇ ਗ੍ਰਹਿ ਵਿਖੇ ਵੀ ਚਰਨ ਪਾਓ, ਸਾਨੂੰ ਸੰਗਤਾਂ ਦੀ ਤੇ ਆਪ ਜੀ ਦੀ ਸੇਵਾ ਦਾ ਸੁਭਾਗ ਬਖਸ਼ੋ। ਇੱਥੇ ਇੱਕ ਰਾਤ ਖਾਲਸਾ ਜੀ ਮਹਾਰਾਜ ਖਡੂਰ ਸਾਹਿਬ ਰਹੇ ਔਰ ਅਗਲੇ ਦਿਨ ਸਵਖਤੇ ਹੀ ਪਾਤਸ਼ਾਹ ਗੋਇੰਦਵਾਲ ਸਾਹਿਬ ਨੂੰ ਚੱਲ ਪਏ। ਬਾਬਾ ਮੋਹਰੀ ਜੀ ਸੁਣ ਕਰਕੇ ਸਮੇਤ ਪਰਿਵਾਰ ਦੇ ਨਗਰ ਦੇ ਬਾਹਰ ਸਤਿਗੁਰਾਂ ਨੂੰ ਲੈਣ ਵਾਸਤੇ ਆਏ। ਪਾਤਸ਼ਾਹ ਦਾ ਅਥਾਹ ਪ੍ਰੇਮ ਸਤਿਕਾਰ ਕਰਦਿਆਂ ਹੋਇਆਂ ਮਹਾਰਾਜ ਨੂੰ ਯੋਗ ਜਗ੍ਹਾ ਸਤਿਗੁਰਾਂ ਨੂੰ ਦੇ ਕਰਕੇ ਸੁੰਦਰ ਪਲੰਘੇ ਤੇ ਸੁਭਾਇਮਾਨ ਕੀਤਾ ਹੈ। ਕੁਝ ਦਿਨ ਰਹੇ ਹੈ ਸੱਚੇ ਪਾਤਸ਼ਾਹ ਜੀ, ਰੋਜ਼ ਦੀ ਬਾਣ ਸਜਦਾ ਹੈ, ਬੜੀ ਗਿਆਨ ਗੋਸ਼ਟੀ ਗਿਆਨ ਚਰਚਾ ਹੁੰਦੀ ਹੈ। ਇਸੇ ਤਰ੍ਹਾਂ ਖਾਲਸਾ ਜੀ ਫਿਰ ਪਾਵਨ ਪਵਿੱਤਰ ਪੂਰਨਮਾਂ ਦਾ ਦਿਨ ਆਇਆ ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਜੋਤੀ ਜੋਤ ਪੁਰਬ ਸੰਗਤਾਂ ਦੂਰੋਂ ਦੁਰਾਡਿਓਂ ਦੇਸ਼ਾਂ ਵਿਦੇਸ਼ਾਂ ਤੋਂ ਮਨਾਉਣ ਵਾਸਤੇ ਪਹੁੰਚੀਆਂ। ਨਾਲ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੀ ਦਰਸ਼ਨ ਹੋ ਰਹੇ ਹੈ। ਸੰਗਤਾਂ ਮਹਾਰਾਜ ਦੇ ਮੁਖੋਂ ਕਥਾ ਸੁਣ ਸੁਣ ਕੇ, ਉਪਦੇਸ਼ ਸਿੱਖਿਆ ਸੁਣ ਸੁਣ ਕੇ ਨਦਰੋਂ ਨਦਰ ਨਿਹਾਲ ਹੋਈਆਂ। ਆਪਦੇ ਘਰ ਦਾ ਸਮਾਗਮ ਜਾਣ ਕਰਕੇ, ਆਪਦੇ ਪੁਰਖਿਆਂ ਦਾ ਜੋਤੀ ਜੋਤ ਪੁਰਬ ਜਾਣ ਕਰਕੇ ਇਹ ਜਿਹੜੇ ਗੋਇੰਦਵਾਲ ਗੁਰੂ ਅਮਰਦਾਸ ਸਾਹਿਬ ਦੀ ਸਾਰੀ ਵੰਸ ਹੈ, ਇਹ ਵੀ
ਤੇ ਗੁਰੂ ਅਮਰਦਾਸ ਮਾਤਾ ਭਾਨੀ ਜੀ ਦੇ ਪਿਤਾ ਸਨ, ਤੇ ਇਸ ਕਰਕੇ ਇਹਨਾਂ ਸੋਢੀਆਂ ਨੇ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਰਿਵਾਰ ਨੇ, ਭਾਈ ਮਹਾਦੇਵ ਜੀਆਂ ਨੇ, ਸਾਰਿਆਂ ਨੇ ਬੜੀ ਸੇਵਾ ਕੀਤੀ। ਹੱਥੀਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ, ਲੰਗਰ ਦੀਆਂ ਸੇਵਾਵਾਂ ਸਾਂਭੀਆਂ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀਆਂ ਕੱਲਾ ਗੁਰਬਾਣੀ ਰਾਹੀਂ ਕਥਨ ਨਹੀਂ ਕੀਤਾ, ਇਹਦੀ ਕਮਾਈ ਵੀ ਕਰਕੇ ਖਾਲਸਾ ਜੀ ਸਾਨੂੰ ਪੂਰਨੇ ਪਾਏ ਹੈ ਕਿ ਸੰਗਤ ਜਿਹੜੀ ਹੈ ਉਹਦੇ ਵਿੱਚ ਪਰਮੇਸ਼ਰ ਪ੍ਰਭੂ ਦਾ ਵਾਸਾ ਹੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਣ ਗਾਉਂਦੀਆਂ ਹੋਈਆਂ ਸੰਗਤਾਂ ਆਪਣੇ ਪੁਰਾਂ ਨੂੰ ਵਾਪਸ ਗਈਆਂ। ਅੱਗੇ ਜਿਵੇਂ ਧੰਨ ਧੰਨ ਬਾਬਾ ਮਹਾਦੇਵ ਜੀ ਆਪਦਾ ਸਮਾਂ ਨਜ਼ਦੀਕ ਆਇਆ ਜਾਣ ਕੇ ਪਾਤਸ਼ਾਹ ਦੇ ਪਾਸ ਬੇਨਤੀ ਕੀਤੀ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ, ਬਾਬਾ ਮਹਾਦੇਵ ਜੀ ਚਾਹੇ ਬ੍ਰਹਮ ਗਿਆਨੀ ਸਨ, ਪਰ ਜਿਹੜਾ ਫਿਰ ਵੀ ਕੋਈ ਨਾ ਮਾਤਰ ਥੋੜਾ ਸਾਧ ਸੰਗੀ ਰੱਤੀ ਮਾਤਰ ਕੋ ਪੜਦਾ ਹੁੰਦਾ ਹੈ, ਅਗਿਆਨ ਦਾ ਰਹਿ ਜਾਂਦਾ ਥੋੜਾ ਬਹੁਤ, ਉਹ ਵੀ ਸਤਿਗੁਰਾਂ ਨੇ ਨਾਸ਼ ਕਰਕੇ ਤੇ ਬ੍ਰਹਮ ਰੂਪ ਆਪਦੇ ਵਿੱਚ ਹੀ ਲੀਨ ਕਰ ਲਿਆ ਬਾਬਾ ਮਹਾਦੇਵ ਜੀ ਨੂੰ। ਜਿਵੇਂ ਬਾਬਾ ਮਹਾਦੇਵ ਜੀ ਅਕਾਲ ਚਲਾਣਾ ਕਰਦੇ ਪ੍ਰਲੋਕ ਗਮਨ ਕਰਨਗੇ, ਉਹ ਪ੍ਰਸੰਗ ਆਪ ਬੜੇ ਪ੍ਰੇਮ ਨਾਲ ਸਰਵਣ ਕਰੋ ਜੀ। ਚਿੱਤ ਬਿਰਤੀ ਨੂੰ ਇਕਾਗਰ ਕਰੋ, ਸਤਿਗੁਰਾਂ ਨੂੰ ਹਿਰਦੇ ਵਸਾਓ, ਰਸਨਾ ਪਵਿੱਤਰ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਖ ਪ੍ਰਤਾਪ ਅਨਜ ਕੋ ਤਬ ਹੀ। ਤੋ ਬਾਬਾ ਮਹਾਦੇਵ ਜੀ ਨਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਥੇ ਗੋਇੰਦਵਾਲ ਦੀ ਬਾਣ ਸਜਾਈ ਹੋਏ ਹੈ। ਬੜੀ ਸੰਗਤ ਪਾਤਸ਼ਾਹ ਦੇ ਪਿੱਛੇ ਹੈ। ਬੇਅੰਤ ਸੰਗਤਾਂ ਮਹਾਰਾਜ ਦੇ ਬਚਨ ਸੁਣਨ ਨੂੰ ਤਰਸਦੀਆਂ, ਹਜ਼ੂਰ ਦੇ ਦਰਸ਼ਨਾਂ ਨੂੰ ਵਿਲਕਦੀਆਂ ਹਨ। ਇੰਨਾ ਪ੍ਰਤਾਪ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਵੇਖ ਕੇ ਬਾਬਾ ਮਹਾਦੇਵ ਜੀ ਜਿਨ ਕੇ ਉਪਦੇਸ਼ਤ ਹੋਏ ਗਿਆਨ, ਤੇ ਜਿਸ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਉਪਦੇਸ਼ਣ ਦੇ ਨਾਲ ਅਗਿਆਨੀਆਂ ਦੇ ਹਿਰਦੇ ਵਿੱਚ ਗਿਆਨ ਹੋ ਆਉਂਦਾ ਹੈ। ਭਰਾਤ ਸੰਬੰਧ ਜਾਨ ਕਰ ਕੂਰੋ। ਇਹ ਮੇਰੇ ਭਰਾ ਨੇ ਛੋਟੇ, ਇਹ ਸੰਬੰਧ ਬਾਬਾ ਮਹਾਦੇਵ ਜੀਆਂ ਨੇ ਝੂਠਾ ਜਾਣਿਆ ਵੀ ਇਹ ਭਰਾ ਨਹੀਂ, ਕੇਵਲ ਇਹ ਤਾਂ ਤਖਤਾਂ ਤਾਜਾਂ ਦੇ ਮਾਲਕ ਅਕਾਲ ਪੁਰਖ ਸੱਚੇ ਪਾਤਸ਼ਾਹ ਹਨ। ਮਹਾਦੇਵ ਸ਼ਰਧਾਲ ਮਹਾਨ। ਤੇ ਬਾਬਾ ਮਹਾਦੇਵ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਮਹਾਨ ਸ਼ਰਧਾਲੂ ਹੋ ਗਏ। ਭਾਵੇਂ ਸਾਧ ਸੰਗਤ ਜੀ ਸਤਿਕਾਰ ਤਾਂ ਕਰਦੇ ਸਨ, ਪਰ ਫਿਰ ਵੀ ਉਹ ਮਨ 'ਚ ਹੈ ਸੀ ਵੀ ਮੇਰੇ ਭਰਾ ਹੀ ਨੇ, ਕਿਹੜੀ ਗੱਲ ਹੈ। ਪਰ ਇੰਨਾ ਸੰਗਤ ਦਾ ਪ੍ਰਤਾਪ ਵੇਖ ਕੇ ਬਾਬਾ ਮਹਾਦੇਵ ਜੀ ਵੀ ਸਿੱਖਾਂ ਵਾਂਗੂ ਪਾਤਸ਼ਾਹ ਤੇ ਸ਼ਰਧਾ ਰੱਖ ਆਏ ਹਨ। ਤਨ ਤਜ ਬੇਕੋ ਸਮੈ ਨਿਕਟ ਲਖ। ਬਾਕੀ ਜਾਣ ਲਿਆ ਹੈ ਕਿ ਸਾਡਾ ਇਸ ਸੰਸਾਰ ਤੋਂ ਜਾਣ ਦਾ ਸਮਾਂ ਲਾਗੇ ਹੈ। ਜਨਮ ਸਫਲਤਾ ਚਹਿ ਮਨ ਮਾਨ। ਤੇ ਮਨ ਵਿੱਚ ਮੰਨਿਆ ਬਾਬਾ ਮਹਾਦੇਵ ਜੀ ਆਪਣਾ ਜਨਮ ਸਫਲਾ ਕੀਤਾ ਚਾਹੁੰਦੇ ਹਨ। ਸ਼੍ਰੀ ਅਰਜਨ ਕੋ ਲਖ ਇਕਾਂਤ ਮਹਿ। ਜਦੋਂ ਸੰਗਤ ਹਜੂਰ ਦੇ ਦਰਸ਼ਨ ਕਰਕੇ ਉੱਠ ਗਈ ਹੈ ਤੇ ਬਾਬਾ ਮਹਾਦੇਵ ਜੀਆਂ ਸਤਿਗੁਰਾਂ ਨੂੰ ਜਦੋਂ ਕੱਲਿਆਂ ਵੇਖਿਆ ਹੈ, ਗਇਓ ਸਮੀਪ ਬੈਠ ਚਿਤ ਠਾਨ। ਬਾਬਾ ਮਹਾਦੇਵ ਜੀ ਹਜ਼ੂਰ ਦੇ ਲਾਗੇ ਬੜਾ ਚਿੱਤ ਵਿੱਚ ਸ਼ਰਧਾ ਭਰੋਸਾ ਪ੍ਰੇਮ ਰੱਖ ਕੇ ਬੈਠ ਗਏ। ਸ਼੍ਰੀ ਸਤਿਗੁਰ ਕੀ ਗਾਦੀ ਪਰ। ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਹੇ ਗੁਰੂ ਅਰਜਨ ਦੇਵ ਪਾਤਸ਼ਾਹ, ਆਪ ਸਤਿਗੁਰੂ ਸ਼੍ਰੀ ਗੁਰੂ ਧੰਨ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਗੁਰਤਾ ਸਿੰਘਾਸਣ ਤੇ ਸੁਭਾਏਮਾਨ ਹੋ। ਤੁਮ ਈਸ਼ਵਰ ਕੇ ਸਰੂਪ ਅਵਤਾਰ। ਤੇ ਤੁਸੀਂ ਈਸ਼ਵਰ ਪ੍ਰਭੂ ਪਰਮੇਸ਼ਰ ਦਾ ਸਰਗੁਣ ਸਰੂਪ ਅਵਤਾਰ ਧਾਰਿਆ ਹੈ। ਮੈਂ ਪ੍ਰਾਤਾ ਹੀ ਜਾਣਤ ਨਿਤ ਚਿਤ। ਪਰ ਮਹਾਰਾਜ ਮੈਂ ਭੁੱਲ ਬਖਸ਼ਾਵਾਂ ਤੁਹਾਥੋਂ, ਮੈਂ ਹੁਣ ਤੀਕਰ ਤੁਹਾਨੂੰ ਕੇਵਲ ਤੇ ਕੇਵਲ ਭਰਾ ਜਾਣਿਆ, ਤੁਹਾਨੂੰ ਪਰਮੇਸ਼ਰ ਦੀ ਨਿਗਾਹ ਨਾਲ ਨਹੀਂ ਦੇਖਿਆ ਹੈ। ਅਬ ਬਖਸ਼ੋ ਤੁਮ ਹਿਰਦਾ ਉਦਾਰ। ਤੁਹਾਡਾ ਹਿਰਦਾ ਮਹਾਰਾਜ ਬੜਾ ਸਖੀ ਹੈ, ਪਾਪੀ ਤੋਂ ਪਾਪੀਆਂ ਨੂੰ ਬਖਸ਼ਣ ਵਾਲੇ ਹੋ। ਮਹਾਰਾਜ ਆਪਦੇ ਇਹ ਭਰਾ ਨੂੰ ਆਪਦਾ ਸਿੱਖ ਜਾਣ ਕੇ ਸੱਚੇ ਪਾਤਸ਼ਾਹ ਜੀ ਆਪ ਬਖਸ਼ਣਾ ਕਰੋ ਜੀ। ਉਪਦੇਸਾ ਇਹੋ ਆਤਮ ਕੋ ਹੈ। ਤੇ ਮਹਾਰਾਜ ਮੈਨੂੰ ਉਪਦੇਸ਼ ਕਰੋ ਵੀ ਆਤਮਾ ਕੀ ਸ਼ੈ ਹੈ।
ਆਤਮਾ ਕਿਸ ਨੂੰ ਆਖਦੇ ਐ। ਕਿਮ ਬੰਧਨ ਮੈਂ ਦੁਖ ਗਨ ਧਾਰ। ਤੇ ਇਹ ਨਾਲੇ ਜੇ ਆਤਮਾ ਪਰਮੇਸ਼ਰ ਹੈ ਤੇ ਜੀਵ ਬੰਧਨਾਂ ਵਿੱਚ ਪੈ ਕੇ ਕਿਵੇਂ ਦੁੱਖ ਧਾਰਦਾ ਹੈ, ਕਿਵੇਂ ਦੁੱਖਾਂ ਵਿੱਚ ਫਸਿਆ ਰਹਿੰਦਾ, ਕਿਵੇਂ ਇਹਨੂੰ ਬੰਧਨ ਪੈ ਗਏ ਹਨ। ਕਿਮ ਸੁਖ ਲਹੈ ਦਹੈ ਜਗ ਸੰਕਟ। ਕਿਵੇਂ ਜੀਵ ਸੁਖ ਲੈਂਦਾ, ਕਿਵੇਂ ਦੁੱਖਾਂ ਦੇ ਸੰਕਟ ਨੂੰ ਪ੍ਰਾਪਤ ਹੁੰਦਾ ਹੈ ਜਗ ਵਿੱਚ। ਜਾਂ ਜੀਵ ਦੁੱਖਾਂ ਦੇ ਸੰਕਟ ਨੂੰ ਦਹਿ ਸਾੜ ਕੇ ਤੇ ਮਹਾਰਾਜ ਪਾਤਸ਼ਾਹ ਜੀ ਕਿਵੇਂ ਸੁੱਖਾਂ ਨੂੰ ਪ੍ਰਾਪਤ ਕਰ ਸਕਦਾ ਹੈ। ਮੋਹੇ ਸੁਨਾਵਹ ਭਲੀ ਪ੍ਰਕਾਰ। ਮਹਾਰਾਜ ਜੀ ਦੇ ਨਾਲ ਸਦੀਵ ਸੁੱਖ ਆ ਜਾਵੇ, ਕਿਰਪਾ ਕਰਕੇ ਬੜੀ ਚੰਗੀ ਤਰ੍ਹਾਂ ਖੋਲ ਕੇ ਮਹਾਰਾਜ ਸਮਝਾਉਣਾ ਕਰੋ ਜੀ। ਸ਼੍ਰੀ ਅਰਜਨ ਸ਼ਰਧਾਲ ਭਰਾਤ ਲਖ। ਇਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਆਪਣੇ ਭਰਾ ਬਾਬਾ ਮਹਾਦੇਵ ਜੀਆਂ ਨੂੰ ਮਹਾਨ ਸ਼ਰਧਾਲੂ ਵੇਖਿਆ, ਆਪਦੇ ਤੇ ਟੇਕ ਰੱਖਿਆ ਜਾਣਿਆ ਹੈ। ਅਰ ਜਾਣਿਓ ਤਨ ਤਜ ਬੇਕਾਰ। ਤੇ ਹਜ਼ੂਰ ਜਾਨੀ ਜਾਣ ਪਾਤਸ਼ਾਹ ਜਾਣ ਗਏ ਐ ਵੀ ਮੇਰੇ ਭਰਾ ਮਹਾਦੇਵ ਜੀ ਹੁਣ ਸਰੀਰ ਛੱਡਿਆ ਚਾਹੁੰਦੇ ਐ, ਛੇਤੀ ਇਹ ਅਕਾਲ ਚਲਾਣਾ ਕਰ ਜਾਣਗੇ। ਉੱਤਮ ਅਧਿਕਾਰੀ ਲਗ ਕਹਿਬੇ। ਤੇ ਬਾਕੀ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਵੀ ਜਾਣਦੇ ਐ ਵੀ ਇਹ ਉੱਤਮ ਅਧਿਕਾਰੀ ਹੈ। ਥੋੜਾ ਜਿਹਾ ਇਹਨਾਂ ਨੂੰ ਸਮਝਾ ਦਿੱਤਾ ਨਾ ਜੇ ਬਾਬਾ ਮਹਾਦੇਵ ਜੀ ਨੂੰ, ਸਮਝਹਿ ਗੋ ਬ੍ਰਹਮ ਗਿਆਨ ਵਿਸਾਲ। ਥੋੜਾ ਜਿਹਾ ਸਮਝਾਉਣ ਨਾਲ ਹੀ ਵਿਸਾਲ ਕਹੀਏ ਵੱਡਾ ਬ੍ਰਹਮ ਗਿਆਨ ਸਮਝ ਜਾਣਗੇ। ਤੋ ਸਾਧ ਸੰਗਤ ਜਿਹੜੇ ਸਰੋਤੇ ਹੁੰਦੇ ਨਾ ਜਗਿਆਸੂ ਵੀ, ਉਹ ਕਈ ਤਰ੍ਹਾਂ ਦੇ, ਜਿਵੇਂ 3 ਤਰ੍ਹਾਂ ਦੇ ਤਾਂ ਮੁੱਖ ਹੁੰਦੇ ਆ। ਇੱਕ ਤਾਂ ਨੀਚ ਹੁੰਦਾ, ਜਗਿਆਸਾ ਹੁੰਦੀ ਹੈ ਪਰ ਜਾਣਨਾ ਨਹੀਂ ਚਾਹੁੰਦੇ। ਇੱਕ ਮੱਧਮ ਜੇ ਹੁੰਦੇ ਆ, ਉਹਨਾਂ ਨੂੰ ਸਮਝਾਉਣਾ ਪੈਂਦਾ, ਬਹੁਤ ਜ਼ਿਆਦਾ ਸਮਝਾਉਣਾ ਪੈਂਦਾ, ਜਾਂ ਕਈਆਂ ਨੂੰ ਡਾਢਾ ਹੀ ਸਮਝਾਉਣਾ ਪੈਂਦਾ, ਪ੍ਰਮਾਣ ਦੇ ਦੇ ਕੇ ਸਮਝਾਉਣਾ ਪੈਂਦਾ, ਫਿਰ ਜਾ ਕੇ ਸਮਝਦੇ ਆ, ਉਹ ਕਨਿਸ਼ਟਾ ਖਵਾਉਂਦੇ ਆ। ਇੱਕ ਹੁੰਦੇ ਸਾਧ ਸੰਗਤ ਜੀ ਜਗਿਆਸੂ ਮੱਧਮ, ਉਹਨਾਂ ਨੂੰ ਗੱਲ ਸਮਝਾਓ, ਪ੍ਰਮਾਣ ਚਾਹੇ ਨਾ ਦਿਓ, ਕੱਲੀ ਗੱਲ ਖੋਲ ਕੇ ਸਮਝਾ ਦਿਓ ਤੇ ਸਮਝ ਜਾਂਦੇ ਆ। ਇੱਕ ਉੱਤਮ ਜਗਿਆਸੂ ਹੁੰਦੇ ਆ, ਬਾਬਾ ਮਹਾਦੇਵ ਜੀ ਵਰਗੇ ਅਧਿਕਾਰੀ ਹੁੰਦੇ ਆ ਉਪਦੇਸ਼ ਦੇ, ਉੱਤਮ ਜਗਿਆਸੂ। ਉਹਨਾਂ ਨੂੰ ਥੋੜ੍ਹੀ ਜਿਹੀ ਗੱਲ ਸਮਝਾ ਦਿਓ ਤੇ ਬਾਕੀ ਗੱਲ ਤਕਰੀਬਨ ਸਮਝ ਜਾਂਦੇ ਆ, ਕਿਉਂਕਿ ਉਹਨਾਂ ਦੀ ਬੁੱਧੀ ਪਹਿਲਾਂ ਹੀ ਬਹੁਤ ਵਿਸ਼ਾਲ ਹੁੰਦੀ ਹੈ। ਬ੍ਰਹਮ ਗਿਆਨ ਐਸੀਆਂ ਅਵਸਥਾ ਪ੍ਰਾਪਤ ਨਹੀਂ ਭਾਵੇਂ ਹੋਈਆਂ, ਪਰ ਇਹਨਾਂ ਬਾਰੇ ਸੁਣਿਆ ਤੇ ਵਿਸਥਾਰ ਸਹਿਤ ਜਾਣਿਆ ਬੜਾ ਕੁਝ ਹੁੰਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਾਣਦੇ ਆ ਵੀ ਬਾਬਾ ਮਹਾਦੇਵ ਜੀ ਨੂੰ ਕੋਈ ਬਹੁਤਾ ਸਮਝਾਉਣ ਦੀ ਲੋੜ ਨਹੀਂ ਪੈਣੀ, ਇਹਨਾਂ ਨੂੰ ਥੋੜਾ ਜਿਹਾ ਉਪਦੇਸ਼ ਹੀ ਦੇ ਦਿੱਤਾ ਤੇ ਇਹਨਾਂ ਸਾਰਾ ਬ੍ਰਹਮ ਗਿਆਨ ਸਮਝ ਜਾਣਾ ਹੈ। ਕਰਨ ਲੱਗੇ ਉਪਦੇਸ਼ ਮ੍ਰਿਦੁਲ ਬਚ। ਤੇ ਮਿੱਠੇ ਬਚਨ ਬੋਲਦੇ ਹੋਏ ਹਜ਼ੂਰ ਆਪਣੇ ਭਰਾਤਾ ਨੂੰ ਸਿੱਖ ਜਾਣ ਕੇ ਉਪਦੇਸ਼ ਕਰ ਰਹੇ ਹਨ। ਭਰਾਤ ਸੁਨਹਾ ਇਹੋ ਬਾਤ ਸੁਖਾਲ। ਬਾਬਾ ਮਹਾਦੇਵ ਜੀ ਸੁਖਾਲਾ ਹੀ ਸਾਡਾ ਬਚਨ ਤੁਸੀਂ ਸੁਣਨਾ ਕਰੋ। ਆਤਮਾ ਕੀ ਹੈ, ਸੰਸਾਰ ਦੇ ਵਿੱਚ ਜੀਵ ਦੁੱਖ ਕਿਵੇਂ ਭੋਗਦਾ ਹੈ ਤੇ ਸਦੀਵ ਸੁਖ ਕਿਵੇਂ ਪ੍ਰਾਪਤ ਹੁੰਦਾ ਹੈ। ਆਪਹਿ ਬੰਧਨ ਲਹਿ ਦੁਖ ਭੋਗਤ। ਜੀਵ ਆਪ ਹੀ ਬੰਧਨਾਂ 'ਚ ਫਸਦਾ ਹੈ, ਆਪ ਬੰਧਨਾਂ 'ਚ ਫਸਦਾ ਹੈ ਤੇ ਫਿਰ ਬੰਧਨਾਂ ਵਿੱਚ ਫਸ ਕੇ ਦੁੱਖ ਭੋਗਦਾ ਹੈ। ਸ਼੍ਰੀ ਨਾਨਕ ਕਹਿ ਗਿਰਾ ਰਸਾਲ। ਜਿਹਦੀ ਬਾਬਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਸੁੰਦਰ ਬਾਣੀ ਅੰਦਰ ਇਹ ਬਚਨ ਕਹੇ ਹਨ। ਸ਼ਲੋਕ ਮਹੱਲਾ ਪਹਿਲਾ। ਨਾਨਕ ਇਹੋ ਤਨ ਜਾਲ। ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਬਚਨ ਹੈ। ਬਾਬਾ ਮਹਾਦੇਵ ਜੀ ਸਤਿਗੁਰੂ ਕਹਿੰਦੇ, ਇਹ ਮੇਰੇ ਮਨਾ, ਇਹ ਸਰੀਰ ਨੂੰ ਜਾਲ ਕਹੀਏ ਸਾੜ ਸੁੱਟ, ਇਹ ਸਰੀਰ ਨੂੰ ਸਾੜ ਦੇਣਾ ਚਾਹੀਦਾ ਹੈ। ਜਿਨ ਜਲਿਆ ਨਾਮ ਵਿਸਾਰਿਆ। ਜਿਸ ਸਰੀਰ ਨੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਕੇ, ਵਿਸ਼ਿਆਂ ਦੀ ਤ੍ਰਿਸ਼ਨਾ ਦੇ ਵਿੱਚ ਸੜ ਸੜ ਕੇ ਨਾਮ ਵਿਸਾਰਿਆ, ਨਾਮ ਨੂੰ ਛੱਡ ਦਿੱਤਾ, ਪਰਮੇਸ਼ਰ ਨੂੰ ਭੁੱਲ ਗਿਆ, ਵਿਸ਼ਿਆਂ ਦੀ ਵਾਸ਼ਨਾ ਵਿੱਚ ਸੜਦਾ ਰਹਿੰਦਾ ਹੈ, ਇਹੋ ਜਿਹੇ ਸਰੀਰ ਨੂੰ ਸਾੜ ਦੇਣਾ ਚਾਹੀਦਾ, ਅੱਗ ਲਾ ਦੇਣੀ ਚਾਹੀਦੀ ਹੈ। ਪੌਦੀ ਜਾਏ ਪਰਾਲ। ਤੋ ਮਹਾਰਾਜ ਨੇ ਪ੍ਰਮਾਣ ਦੇ ਕੇ ਸਮਝਾਇਆ ਵੀ ਜੀਵ ਦੇ ਵਿੱਚ ਹੀ ਪਰਮੇਸ਼ਰ ਹੈ, ਪਰ ਪੌਂਦੀ ਜਾਏ ਪਰਾਲ, ਜਿਵੇਂ ਕਿਸੇ ਛਪੜੀ ਦੇ ਉੱਪਰ ਕੋਈ ਉਹਦੇ ਪਾਣੀ ਦੇ ਉੱਪਰ ਪਰਾਲੀ ਖਿਲਾਰ ਦਿੱਤੀ ਜਾਵੇ, ਪਿੱਛੇ ਹੱਥ ਨ ਅੰਬੜੈ। ਤੇ ਉਹਦੇ ਪਿੱਛੇ ਉਦੋਂ ਬਾਅਦ ਪਰਾਲੀ ਜਦੋਂ ਉੱਤੇ ਆ ਜਾਂਦੀ ਹੈ ਤੇ ਫਿਰ ਹੱਥ ਨਹੀਂ ਉੱਪੜਦਾ,
ਹੇਠਾਂ ਪਾਣੀ ਦੇ ਤੀਕਰ। ਤਿਤ ਨਿਬੰਧਾ ਤਾਲ। ਤੋ ਐਸੇ ਤਰ੍ਹਾਂ ਜਿਹੜਾ ਤਾਲ ਹੁੰਦਾ ਹੈ, ਕੋਈ ਸਰੋਵਰ ਉਹਦੇ ਉੱਪਰ ਪਰਾਲੀ ਪੈ ਜਾਵੇ ਤੇ ਫਿਰ ਹੱਥ ਨਹੀਂ ਨਾ ਅੱਪੜਦਾ। ਤੋ ਸੱਚੇ ਪਾਤਸ਼ਾਹ ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਦਾ ਇਹ ਬਚਨ ਮਹਾਰਾਜ ਨੇ ਸਮਝਾਇਆ ਬਾਬਾ ਮਹਾਦੇਵ ਜੀ ਨੂੰ ਕਿ ਵੇਖੋ, ਜਿਵੇਂ ਕਿਸੇ ਦੀ ਮੁੰਦਰੀ ਪਾਣੀ ਵਿੱਚ ਡਿੱਗ ਜਾਵੇ ਤੇ ਜੇ ਤਾਂ ਛੇਤੀ ਨਾਲ ਕੱਢ ਲਵੇ ਤੇ ਲੱਭ ਜਾਂਦੀ ਹੈ, ਨਹੀਂ ਤਾਂ ਸਮਾਂ ਪਾ ਕੇ ਜਾਲਾ ਬਣ ਜਾਂਦਾ ਨਾ ਜਦੋਂ ਪਾਣੀ ਦੇ ਉੱਪਰ, ਤੇ ਫਿਰ ਹੌਲੀ ਹੌਲੀ ਉਹਦੇ ਉੱਪਰ ਅੰਗੂਰੀ ਜੀ ਉਗਾਉਂਦੀ ਹਰੇਵਾਈ, ਕੱਖ ਕਾਨੇ ਪੈ ਪੈ ਕੇ ਪਰਤ ਮੋਟੀ ਹੋਈ ਜਾਂਦੀ ਹੈ ਤੇ ਪਾਣੀ ਹੇਠੋਂ ਗੰਧਲਾ ਹੋਈ ਜਾਂਦਾ, ਗੱਬ ਜੰਮ ਜੰਮ ਕੇ ਫਿਰ ਮੁੰਦਰੀ ਡਿੱਗੀ ਹੋਈ ਲੱਭਦੀ ਨਹੀਂ। ਇਸ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਇਹ ਸੁਣਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਹੇ ਮਹਾਂਦੇਵ, ਜਿਹੜਾ ਇਹ ਸਾਡੀ ਜੀਓ ਹੈ ਨਾ, ਆਤਮਾ, ਇਹ ਮੁੰਦਰੀ ਜਾਣ ਲੈ, ਤੇ ਸਾਡੀ ਜਿਹੜੀ ਸੁਰਤੀ ਹੈ ਨਾ, ਇਹ ਹੱਥ ਜਾਣ ਲੈ, ਤੇ ਇਹ ਸਰੀਰ ਨੂੰ ਸਰੋਵਰ ਜਾਣ ਲੈ, ਤੇ ਜਿਹੜਾ ਵਿਸ਼ੇ ਵਿਕਾਰ ਹੈ ਨਾ, ਇਹ ਪਰਾਲੀ ਜਾਣ ਲੈ। ਜਦੋਂ ਵਿਸ਼ੇ ਵਿਕਾਰਾਂ ਦੀ ਪਰਾਲੀ ਪੈ ਜਾਂਦੀ ਨਾ, ਇਹ ਮਨ ਰੂਪੀ ਸਰੋਵਰ ਤੇ ਵਾਹਿਗੁਰੂ, ਮਨ ਰੂਪੀ ਸਰੋਵਰ ਤੇ ਵਿਸ਼ਿਆਂ ਦੀ ਪਰਾਲੀ ਪੈ ਜਾਂਦੀ ਹੈ, ਤੇ ਜਿਹਦੇ ਵਿੱਚ ਗਵਾਚੀ ਹੋਵੇ ਮੁੰਦਰੀ ਆਤਮਾ ਰੂਪ, ਤੇ ਫਿਰ ਸੁਰਤੀ ਰੂਪੀ ਹੱਥ ਨਹੀਂ ਜੇ ਅੱਪੜਦਾ ਉੱਥੋਂ ਤੀਕਰ, ਕਿਉਂਕਿ ਹੱਥ ਤਾਂ ਅੱਪੜੇਗਾ ਜੇ ਮੁੰਦਰੀ ਦਿਸੇਗੀ। ਦਿਸਦੀ ਕਿਉਂ ਨਹੀਂ? ਕਿਉਂਕਿ ਪਾਣੀ ਦੇ ਸਰੋਵਰ ਦੇ ਉੱਪਰਲੇ ਪਾਸੇ ਪਰਾਲੀ ਤੇ ਗੰਦ ਜਾਲਾ ਜੰਮਿਆ ਹੋਇਆ। ਤੋ ਪਾਤਸ਼ਾਹ ਕਹਿੰਦੇ, ਬਾਬਾ ਮਹਾਦੇਵ ਜੀ, ਜੀਵਾਂ ਦੇ ਜਿਹੜੇ ਮਨ ਹੈ ਨਾ, ਮਨਾਂ ਦੇ ਉੱਪਰ ਵਿਸ਼ਿਆਂ ਦੀ ਬੜੀ ਮੈਲ ਪਈ ਹੋਈ ਹੈ, ਜਿਸ ਕਰਕੇ ਇਹਨਾਂ ਦੀ ਸੁਰਤੀ ਰੂਪੀ ਹੱਥ ਅੱਪੜਦਾ ਹੀ ਨਹੀਂਗਾ ਆਤਮਾ ਰੂਪੀ ਮੁੰਦਰੀ ਤੀਕਰ। ਨਹੀਂ ਜਾਣੂ ਹੁੰਦੇ ਵੀ ਆਤਮਾ ਕੀ ਹੈ, ਆਤਮਾ ਹੀ ਪਰਮਾਤਮਾ ਹੈ। ਆਪਦੇ ਆਪ ਨੂੰ ਜੀਵ ਸਮਝ ਕੇ ਤੇ ਬੰਧਨਾਂ ਵਿੱਚ ਫਸ ਰਹੇ ਹਨ। ਸਵਈਆ ਛੰਦ ਪ੍ਰਥਮ ਕੋ ਬੰਧਨ ਪਰਿਓ ਸੁਨਹਾਰ। ਸੁਣੋ ਬਾਬਾ ਮਹਾਦੇਵ ਜੀ, ਜਿਹੜਾ ਜੀਵ ਹੈ ਪਹਿਲਾਂ ਤਾਂ ਬੰਧਨਾਂ ਖੋਟਿਆਂ ਦੇ ਵਿੱਚ ਫਸ ਜਾਂਦਾ ਹੈ। ਸੋ ਅਹ ਆਤਮਾ ਜਾਲ ਸਮਤਾਲ ਸਮਾਨ। ਉਹ ਆਤਮਾ ਜਾਣ ਲਓ ਜਿਹੜੀ ਆਤਮਾ ਸਰੋਵਰ ਦੇ ਵਰਗੀ ਹੈ। ਤਨ ਹੰਤਾ ਧਾਰਨ ਇਨ ਕੀਨੀ। ਤੇ ਮਨੁੱਖ ਨੇ ਜਿਹੜੀ ਤਨ ਦੀ ਹੰਤਾ ਧਾਰਨ ਕੀਤੀ ਹੋਈ ਹੈ, ਆ ਹੰਗਤਾ ਆ ਮੈਂ ਤਨ ਸਰੀਰ ਦੀ ਜਿਹੜੀ ਮੇਰ ਕੀਤੀ ਹੋਈ ਨਾ, ਮੇਰਾ ਸਰੀਰ ਹੈ, ਮੈਂ ਬਹੁਤ ਸੁੰਦਰ ਹੈ ਜੀ, ਮੈਂ ਬੜਾ ਜਵਾਨ ਹੈ, ਜਿਹੜੀ ਤਨ ਦੀ ਹੰਗਤਾ ਜਦੋਂ ਜੀਵ ਧਾਰਨ ਕਰ ਲੈਂਦਾ ਹੈ, ਮੈਂ ਦਿਜ ਖੱਤਰੀ ਬੈਸ ਸੁਜਾਨ। ਜਾਤੀ ਦਾ ਅਭਿਮਾਨ ਹੋ ਜਾਂਦਾ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਬੈਸ ਹਾਂ, ਮੈਂ ਬਹੁਤ ਸਿਆਣਾ ਹਾਂ, ਮੇਰੀ ਫਲਾਣੀ ਜਾਤੀ ਹੈ, ਮੈਂ ਉੱਚੀ ਜਾਤੀ ਬਰਾਦਰੀ ਦਾ ਹਾਂ। ਇਹੋ ਜਿਹੀ ਜਦੋਂ ਹੰਗਤਾ ਧਾਰ ਲੈਂਦਾ ਹੈ, ਇਤਿਆਦਿਕ ਤਨ ਆਪਨ ਰੂਪ ਲਖ। ਤੇ ਇਸ ਤੋਂ ਆਦਿਕ ਜਿਹੜਾ ਸਰੀਰ ਹੈ, ਇਹ ਆਪਣਾ ਰੂਪ ਲਖ ਜਾਣਨਾ ਕਰ। ਭਇਓ ਜਾਲ ਹਰਿਆਵਲ ਆਨ। ਵੀ ਇਸ ਤੋਂ ਆਦਿਕ ਇਹ ਮਨੁੱਖ ਜਿਹੜਾ ਸਰੀਰ ਨੂੰ ਹੀ ਆਪਦਾ ਸਰੂਪ ਜਾਣੀ ਜਾਂਦਾ, ਵੀ ਖਰੇ ਮੈਂ ਆਹੀ ਆ ਜਿਹੜਾ ਹੱਡ ਚੰਮ ਹੈ, ਇਹਨੂੰ ਹੀ ਆਪਦਾ ਆਪ ਜਾਣੀ ਜਾਂਦਾ। ਇਹ ਜਾਣ ਕੇ ਤੇ ਇਹ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਬਾਬਾ ਮਹਾਦੇਵ ਜੀ, ਇਹ ਹਰਿਆਲੀ ਪਈ ਹੋਈ ਹੈ, ਇਹ ਜਾਲਾ ਬਣ ਜਾਂਦਾ ਹੈ। ਜਿਵੇਂ ਸਰੋਵਰ ਵਿੱਚ ਜਾਲਾ ਬਣ ਜਾਂਦਾ ਹੈ ਨਾ, ਆਤਮਾ ਰੂਪੀ ਸਰੋਵਰ ਦੇ ਉੱਪਰ ਇਹ ਜਾਲਾ ਬਣਿਆ ਹੋਇਆ, ਜਿਹੜੀ ਸਰੀਰ ਦੀ ਮੇਰੀ ਹੈ, ਹੰਗਤਾ ਹੈ, ਮਮਤਾ ਹੈ, ਹਉਮੈ ਹੈ। ਜਲ ਕੋ ਕਰਿਓ ਅਛਾਦਨ ਜੈਸੇ। ਜਿਵੇਂ ਜਲ ਨੂੰ ਪਰਾਲੀ ਤੇ ਹਰੇਵਾਈ ਜਿਹੜੀ ਹੈ ਜਾਲਾ, ਉਹ ਢੱਕ ਲੈਂਦਾ ਹੈ, ਤਿਮ ਸਰੂਪ ਨਿਜ ਛਾਦਨ ਠਾਨ। ਇਸੇ ਤਰ੍ਹਾਂ ਹੰਗਤਾ ਮਮਤਾ ਮੈਂ ਮੇਰੀ ਨੇ, ਸਰੀਰ ਦੀ ਮੇਰ ਨੇ ਹੀ, ਮੇਰੀ ਜਾਤੀ ਦੇ ਅਭਿਮਾਨ ਨੇ ਇਸ ਜੀਵ ਦੇ ਉਹ ਆਤਮਾ ਰੂਪੀ ਸਰੋਵਰ ਨੂੰ ਢੱਕ ਲੈਣਾ ਕੀਤਾ ਹੈ। ਅਹੰ ਬ੍ਰਹਮ ਇਹ ਨਾਮ ਵਿਸਾਰਿਓ। ਮੈਂ ਹੀ ਬ੍ਰਹਮ ਹਾਂ, ਇਹ ਨਾਮ ਇਸਨੇ ਵਿਸਾਰ ਦਿੱਤਾ ਹੈ, ਭੁੱਲ ਗਿਆ ਹੈ ਵੀ ਮੈਂ ਤਾਂ ਜੋਤ ਸਰੂਪ ਹਾਂ, ਮੈਂ ਪਰਮੇਸ਼ਰ ਦੀ ਅੰਸ਼ ਹਾਂ। ਤਨ ਹੰਤਾ ਜਬ ਧਾਰਨ ਕੀਨ। ਜਦੋਂ ਦੀ ਇਹਨੇ ਤਨ ਦੀ ਹੰਗਤਾ ਧਾਰਨ ਕਰ ਲਈ ਹੈ, ਆਪਦੇ ਸਰੀਰ ਨੂੰ ਮੈਂ ਸਮਝ ਲਿਆ ਹੈ। ਪੁਨః ਪਰਾਲ ਘਾਸ ਅਰ ਫੂਸ। ਤੇ ਫਿਰ ਮਹਾਰਾਜ ਕਹਿੰਦੇ, ਬਾਬਾ ਮਹਾਦੇਵ ਜੀ, ਕੱਲਾ ਜਾਲਾ ਪਿਆ ਨਹੀਂ ਮਾਣ ਹੁੰਦਾ ਇਹਦੇ ਤੇ, ਸਰੋਵਰ ਤੇ, ਪਾਣੀ ਤੇ, ਪਰ ਜਾਲੇ ਦੇ ਬਣੇ ਹੋਏ ਜਾਲੇ ਉੱਪਰ ਜੇ ਕੋਈ ਪਰਾਲੀ ਸੁੱਟ ਦੇਵੇ
ਘਾਹ ਫੂਸ ਉੱਪਰ ਹੋਰ ਸੁੱਟ ਦੇਵੇ ਤਾਂ ਜੋ ਪਰਿਓ ਜਾਲ ਪਰ ਪਾ ਬਹੁ ਪੀਨ। ਤੇ ਫੇਰ ਕੀ ਹੋਵੇਗਾ, ਬੜਾ ਗਾੜਾ ਜਿਹੜਾ ਨਾ ਜਾਲ ਬਣ ਜਾਵੇਗਾ, ਬੜੀ ਮੋਟੀ ਪਰਤ ਪਾਣੀ ਦੇ ਉੱਪਰ ਬਣ ਜਾਂਦੀ ਹੈ। ਤੇ ਮਹੰਤਾ ਪਰ ਮਮਤਾ ਉਪਜੀ। ਤੇ ਜਿਹੜੀ ਹੰਗਤਾ ਹੈ ਨਾ, ਇਹ ਤਾਂ ਹੈ ਹਰੇ ਬਾਈ ਜਾਲਾ। ਤੇ ਮਹਾਰਾਜ ਕਹਿੰਦੇ ਜਿਵੇਂ ਜਾਲੇ ਉੱਪਰ ਪਰਾਲੀ ਸੁੱਟ ਦਈਏ, ਹੰਗਤਾਂ ਦੇ ਉੱਪਰ ਇੱਕ ਮਮਤਾ ਵੀ ਚੜੀ ਹੋਈ ਹੈ ਜੀਵਾਂ ਦੇ ਅੰਦਰ। ਮਮ ਸੁਤ ਮਮ ਗ੍ਰਹਿ ਤ੍ਰਿਯ ਧਨ ਚੀਨ। ਉਹ ਮਮਤਾ ਕਿਹੜੀ ਆ, ਮੇਰਾ ਪੁੱਤ ਹੈ, ਆ ਮੇਰਾ ਘਰ ਹੈ, ਹਮਰੀ ਭੂਮ ਘਲ ਹੈ ਕੌਣ ਪੈਰ, ਤੇ ਆ ਮੇਰੀ ਇਸਤਰੀ ਹੈ, ਆ ਮੇਰਾ ਧਨ ਹੈ, ਇਹ ਮਮਤਾ ਹੈ। ਤੇ ਜਿਸ ਤਰ੍ਹਾਂ ਜਾਲੇ ਦੇ ਉੱਪਰ ਪਰਾਲੀ ਸੁੱਟ ਦਈਏ, ਇਹ ਹੰਗਤਾ ਰੂਪੀ ਜਾਲੇ ਉੱਪਰ ਮਮਤਾ ਰੂਪ ਪਰਾਲੀ ਵੀ ਪੈ ਗਈ ਹੈ। ਜਲ ਸਮ ਆਤਮ ਅਧਿਕ ਅਛਾਦਿਓ। ਤੇ ਜਿਹੜੀ ਪਾਣੀ ਵਰਗੀ ਆਤਮਾ ਨਾ, ਉਹ ਤਾਂ ਟਕੀ ਹੋਈ ਹੈ ਮੈਂ ਮੇਰੀ ਦੇ ਨਾਲ ਹੀ। ਧੀਆਂ ਪੁੱਤਰਾਂ ਦੇ ਮੋਹ ਮਮਤਾ ਦੇ ਜਾਲ 'ਚ ਪੈ ਕੇ ਇਸ ਜਾਲੇ ਨੇ, ਇਸ ਪਰਾਲੀ ਨੇ ਇਹ ਆਤਮਾ ਰੂਪੀ ਜਿਹੜਾ ਪਾਣੀ ਹੈ ਉਹ ਢੱਕ ਲੈਣਾ ਕੀਤਾ ਹੈ। ਪਰਦਾ ਮੇਟੋ ਭਇਓ ਨਵੀਨ। ਮੋਟਾ ਪਰਦਾ ਪੈ ਗਿਆ ਹੈ। ਪਹਿਲਾਂ ਤਾਂ ਕੱਲੀ ਹੰਗਤਾ ਹੀ ਮਾਣ ਨਹੀਂ ਸੀ, ਰਹਿੰਦੀ ਕਸਰ ਜਦੋਂ ਮਮਤਾ ਪੈ ਗਈ ਤੇ ਪਰਦਾ ਬਹੁਤ ਮੋਟਾ ਅਗਿਆਨ ਦਾ ਬਣ ਗਿਆ ਹੈ। ਬ੍ਰਿਤ ਨ ਪਹੁੰਚੈ ਇਨ ਦੋਇ ਕੋ ਤਜ। ਤੇ ਬਿਰਤੀ ਰੂਪੀ ਹੱਥ ਨਾ ਇਹਨਾਂ ਦੋਹਾਂ ਨੂੰ ਛੱਡ ਕੇ, ਹੰਗਤਾ ਤੇ ਮਮਤਾ ਨੂੰ ਛੱਡ ਕੇ ਪਹੁੰਚਦਾ ਨਹੀਂ ਆਤਮਾ ਤੀਕਰ। ਫਸਿਓ ਇਨਹਾ ਮਹ ਜਾਣੈ ਨਾਹੀ। ਤੇ ਜੀਵ ਵਿਚਾਰਾ ਹੰਗਤਾ ਤੇ ਮਮਤਾ 'ਚ ਹੀ ਫਸਿਆ ਰਹਿੰਦਾ। ਆਤਮਾ, ਮੈਂ ਆਤਮਾ ਸੁੱਧ ਸਰੂਪ ਹਾਂ, ਪਰਮੇਸ਼ਰ ਸਰੂਪ ਹਾਂ, ਇਹ ਗੱਲ ਵਿਚਾਰਾ ਕਦੇ ਵੀ ਜਾਣ ਨਹੀਂ ਪਾਉਂਦਾ, ਕਿਉਂਕਿ ਸੁਰਤੀ ਪਹੁੰਚਦੀ ਨਹੀਂ ਉੱਥੋਂ ਤੀਕਰ। ਸੁਰਤੀ ਪਦਾਰਥਾਂ ਤੀਕਰ ਹੀ ਰਹਿ ਜਾਂਦੀ ਹੈ, ਪੁੱਤਰ ਤੀਕਰ, ਧੀ ਤੀਕਰ, ਆਪਣੇ ਇਸੇ ਤਰ੍ਹਾਂ ਕੰਮ ਕਾਜ ਤੀਕਰ, ਮਾਇਆ ਤੀਕਰ, ਜਾਤ ਦੇ ਹੰਕਾਰ ਤੀਕਰ, ਸਰੀਰ ਤੀਕਰ। ਸੁਰਤੀ ਇੱਥੋਂ ਤੀਕਰ ਰਹਿ ਜਾਂਦੀ ਹੈ ਤੇ ਆਤਮਾ ਤੀਕਰ ਪਹੁੰਚ ਨਹੀਂ ਪਾਉਂਦੀ ਹੈ। ਜਬ ਸਤਿਗੁਰ ਉਪਦੇਸ਼ ਜਤਨ ਕੋ। ਪਰ ਜਦੋਂ ਪੂਰੇ ਸਤਿਗੁਰਾਂ ਦੀ ਸੰਗਤ ਮਿਲ ਜਾਵੇ ਤੋ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਵਰਗੇ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਵਰਗੇ ਪਾਤਸ਼ਾਹ ਜਦੋਂ ਇਸ ਜੀਵ ਨੂੰ ਫਿਰ ਉਪਦੇਸ਼ ਦਿੰਦੇ ਆ, ਸਮਝਾਉਣ ਦਾ ਯਤਨ ਕਰਦੇ ਆ। ਜਲ ਆਤਮ ਪ੍ਰਾਪਤ ਨਿਜ ਮਾਹੇ। ਤੇ ਆਤਮਾ ਰੂਪੀ ਜਲ ਜਿਹੜਾ ਇਹਨੂੰ ਜੀਵ ਨੂੰ ਆਪਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ। ਜਿਵੇਂ ਕੋਈ ਚੰਗੇ ਡੰਡੇ ਦੇ ਨਾਲ ਪਰਾਲੀ ਪਾਸੇ ਹਟਾ ਕਰਕੇ ਤੇ ਵਿੱਚੋਂ ਪਾਣੀ ਦਿਸਣ ਲਾ ਦੇਵੇ, ਇਸ ਤਰ੍ਹਾਂ ਜਿਹੜਾ ਗੁਰੂ ਹੈ ਨਾ, ਉਹ ਬਾਬਾ ਮਹਾਦੇਵ ਜੀ ਇਸ ਤਰ੍ਹਾਂ ਉਪਦੇਸ਼ ਦੇ ਕੇ ਤੇ ਪਰਾਲੀ ਜਿਹੜੀ ਆ ਹੰਗਤਾ ਮਮਤਾ, ਇਹ ਅਗਿਆਨ ਦੇ ਪਰਦੇ ਨੂੰ ਮਨ ਦੇ ਤੋਂ ਦੂਰ ਕਰ ਦਿੰਦਾ, ਜਿਸ ਦੇ ਨਾਲ ਫਿਰ ਥੱਲਿਓਂ ਆਤਮਾ ਦਿਸ ਆਉਂਦੀ ਹੈ ਜੀਵ ਦੇ ਤਾਈਂ। ਇਨ ਦੋਨਾਂ ਤੇ ਦੁਖ ਕੋ ਭੋਗ ਹੈ। ਪਰ ਗੱਲ ਇਹ ਹੈ, ਤੁਸੀਂ ਪੁੱਛਿਆ ਸੀ ਵੀ ਜੀਵ ਦੁੱਖ ਕਿਉਂ ਭੋਗਦਾ ਹੈ ਸੰਸਾਰ ਤੇ, ਤੋ ਸੱਚੇ ਪਾਤਸ਼ਾਹ ਕਹਿੰਦੇ, ਹੇ ਭਰਾਤਾ ਮਹਾਦੇਵ, ਹੰਗਤਾ ਤੇ ਮਮਤਾ ਦੇ ਕਰਕੇ ਜੀਵ ਜਿਹੜਾ ਵਾ ਦੁੱਖ ਭੋਗਦਾ ਹੈ। ਅਤ ਦੁਖ ਕੋ ਸੁਖ ਲਖ ਚਿਤ ਚਾਹੇ। ਵਿਚਾਰਾ ਵਿਸ਼ਿਆਂ ਦੇ ਵਿੱਚੋਂ ਮਿਲਦਾ ਤੈਨੂੰ ਦੁੱਖ ਹੈ, ਧੀਆਂ ਪੁੱਤਰਾਂ ਤੋਂ ਮਿਲਦਾ ਦੁੱਖ ਹੈ, ਪਰ ਇਹ ਦੁੱਖ ਨੂੰ ਹੀ ਸੁੱਖ ਜਾਣ ਕੇ ਤੇ ਇਹਦੇ ਨਾਲ ਲਪਟਿਆ ਰਹਿੰਦਾ। ਆਪਾਂ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਵਿੱਚ ਸ਼੍ਰਵਣ ਕੀਤਾ ਹੈ ਕਿ ਉਹ ਕੋਈ ਮੂਲਾ ਨਾਮ ਦਾ ਜਿਹੜਾ ਖੱਤਰੀ ਸੀਗਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੋਕ ਕਰਕੇ, ਤੇ ਜਿਹੜਾ ਸਾਧ ਸੰਗਤ ਜੀ ਇਹ ਗੀਰੇ ਵਿੱਚ ਵੜ ਗਿਆ ਸੀ, ਸੱਪ ਲੜ ਕੇ ਮਰਿਆ। ਗੁਰੂ ਨਾਨਕ ਪਾਤਸ਼ਾਹ ਜੀ ਕੁਝ ਸਮੇਂ ਬਾਅਦ ਫੇਰ ਆ ਕੇ ਇਹਨੂੰ ਪੁੱਛਦੇ ਆ ਵੀ ਸਾਡਾ ਇੱਥੇ ਸਿੱਖ ਰਹਿੰਦਾ ਸੀ, ਚੱਲ ਮਰਦਾਨੇ ਉਹਨੂੰ ਤਾਰੀਏ। ਜਾ ਕੇ ਪੁੱਛਿਆ, ਕਹਿੰਦੇ ਜੀ ਉਹ ਤਾਂ ਚੜ੍ਹਾਈ ਕਰ ਗਿਆ। ਤੇ ਮੁੜਨ ਲੱਗੇ ਮਰਦਾਨੇ ਨੂੰ, ਮਹਾਰਾਜ ਕਹਿੰਦੇ ਨਹੀਂ ਮਰਦਾਨਿਆਂ ਕਿਤੇ ਨਹੀਂ, ਇੱਥੇ ਹੀ ਹੋਵੇਗਾ, ਐਡਾ ਮੋਹ ਖੋਰਾ ਘਰ ਨਹੀਂ ਛੱਡ ਕੇ ਜਾਂਦਾ ਹੁੰਦਾ। ਵੇਖਿਆ ਤੇ ਸਾਧ ਸੰਗਤ ਜੀ ਉਹ ਬਲਦ ਬਣਿਆ। ਤੇ ਪਾਤਸ਼ਾਹ ਮਹਾਰਾਜ ਕਹਿੰਦੇ ਚੱਲ ਹੁਣ ਤੇਰੀ ਮੁਕਤੀ ਕਰਾ ਦਈਏ। ਕਹਿੰਦੇ ਮੁਕਤੀ ਤੋਂ ਕੀ ਲੈਣਾ ਹੈ, ਜੇ ਮੈਂ ਹੁਣ ਸਰੀਰ ਛੱਡ ਕੇ ਚਲਾ ਗਿਆ ਤੇ ਮੇਰੇ ਪੁੱਤਰਾਂ ਨੂੰ ਬਲਦ ਨਵਾਂ ਲੈਣਾ ਪਵੇਗਾ ਢੱਗਾ ਵਾਹੁਣ ਵਾਸਤੇ, ਤੇ ਜੇ ਹੋਰ ਨਵਾਂ ਲੈਣਗੇ ਤੇ ਕਿੰਨੇ ਪੈਸੇ ਖਰਚ ਕਰਨਗੇ, ਖਰੇ ਕਿਹ ਜਾ ਨਿਕਲਣਾ, ਤੇ ਮੈਂ ਤਾਂ ਆਪਦੇ ਪੁੱਤਰਾਂ ਦਾ ਪੁੱਤ ਜਾਣ ਕੇ ਵਾਹੀ ਕਰਦਾ, ਕੰਮ ਕਰਦਾ। ਪਾਤਸ਼ਾਹ ਮੁੜ ਗਏ। ਕੁਝ ਸਮੇਂ ਬਾਅਦ ਫੇਰ ਆਏ ਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਫੇਰ ਕਹਿੰਦੇ ਮਰਦਾਨਿਆਂ ਉਹ ਇੱਥੇ ਹੀ ਆ, ਕਿੱਥੇ ਜਾਣਾ? ਪੁੱਛਿਆ, ਕਹਿੰਦੇ ਜੀ ਬਲਦ ਸੀ ਤੁਹਾਡੇ ਕੋਲ, ਕਹਿੰਦੇ ਉਹ ਤਾਂ ਚੜ੍ਹਾਈ ਕਰ ਗਿਆ। ਤੋ ਪਾਤਸ਼ਾਹ ਮਹਾਰਾਜ ਮਰਦਾਨੇ ਨੂੰ ਫੇਰ ਕਹਿੰਦੇ ਮਰਦਾਨੇ ਇਹੋ ਜਿਹੇ ਕਿਤੇ ਨਹੀਂ ਜਾਂਦੇ ਹੁੰਦੇ, ਇੱਥੇ ਘਰੇ ਹੀ ਹੋਵੇਗਾ। ਵੇਖਿਆ ਤੇ ਸਾਧ ਸੰਗਤ ਜੀ ਦਰਵਾਜ਼ੇ ਅੱਗੇ ਕੁੱਤਾ ਬਣ ਕੇ ਬੈਠਾ।
ਤੇ ਪਾਤਸ਼ਾਹ ਕਹਿੰਦੇ ਲੈ ਚੱਲ ਭਾਈ ਹੁਣ ਤੈਨੂੰ ਮੁਕਤੀ ਦਵਾ ਦਈਏ। ਕਹਿੰਦਾ ਕਾਹਨੂੰ ਮਹਾਰਾਜ, 2 ਫੁਲਕੇ ਮਿਲਦੇ ਇੱਥੇ ਖਾਈ ਜਾਂਦੇ ਆ, ਇਹ ਬੜੇ ਬੇਫਿਕਰੇ ਆ ਬੱਚੇ ਪੁੱਤਰ ਮੇਰੇ, ਤੇ ਜੇ ਮੈਂ ਤੁਹਾਡੇ ਨਾਲ ਚਲਾ ਗਿਆ ਜਾਂ ਮੁਕਤੀ ਮਿਲ ਗਈ ਸਰੀਰ ਛੱਡ ਜਾਵਾਂਗਾ ਤੇ ਪਾਤਸ਼ਾਹ ਜੀ ਇਹਨਾਂ ਨੇ ਸੌ ਜਾਣਾ, ਕੋਈ ਰਾਖੀ ਨਹੀਂ ਕਰਨ ਵਾਲਾ, ਤੇ ਘਰ ਦਾ ਜੋ ਕਮਾਇਆ ਖੱਟਿਆ ਉਹ ਕੋ ਚੋਰ ਡਾਕੂ ਲੈ ਜਾਣਗੇ, ਮੈਂ ਮੁਕਤੀ ਕੀ ਕਰਨੀ ਹੈ। ਪਾਤਸ਼ਾਹ ਕਹਿੰਦੇ ਚਲੋ ਭਾਈ ਤੇਰੀ ਮਰਜ਼ੀ। ਫਿਰ ਕੁਝ ਸਮਾਂ ਫੇਰ ਪਿਆ ਸਾਧ ਸੰਗਤ ਜੀ, ਪਾਤਸ਼ਾਹ ਫਿਰ ਮੁੜਦੇ ਹੋਏ ਪਿੰਡ ਚੋਂ ਲੰਘੇ ਤੋ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਕੁੱਤਾ ਤਾਂ ਨਾਂ ਦੱਸਿਆ, ਤੇ ਮਹਾਰਾਜ ਕਹਿੰਦੇ ਮਰਦਾਨਾ ਪੁੱਛਦਾ ਮਹਾਰਾਜ ਹੁਣ ਤਾਂ ਖਰੇ ਮੁਕਤ ਹੋ ਗਿਆ ਹੋਵੇ। ਤੋ ਸਤਿਗੁਰੂ ਕਹਿੰਦੇ ਨਹੀਂ ਮਰਦਾਨੇ ਇੱਥੇ ਹੀ ਆ, ਕਿੱਥੇ ਗਿਆ। ਇਹਨੇ ਨੂੰ ਸਾਧ ਸੰਗਤ ਜੀ ਘਰ ਵਿੱਚੋਂ ਸੱਪ ਨਿਕਲਿਆ ਤੇ ਧੀਆਂ ਪੁੱਤਾਂ ਨੇ ਕੁੱਟ-ਕੁੱਟ ਕੇ ਮਾਰਿਆ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿਉਂ, ਹੁਣ ਜਿਨ੍ਹਾਂ ਦੀ ਰਾਖੀ ਕਰਨੀ ਉਹਨਾਂ ਤੋਂ ਛਿੱਤਰ ਖਾ ਕੇ ਸਿਰ ਫੁਹਾ ਕੇ ਸ੍ਰੀ ਆਪਦੀ ਅਜੇ ਵੀ ਕਹਿੰਦਾ ਨਹੀਂ ਮਹਾਰਾਜ ਕੋਈ ਗੱਲ ਨਹੀਂ, ਫਿਰ ਵੀ ਆਪਦੇ ਆ ਕੀ ਹੋਇਆ ਜੇ ਕੁੱਟ ਲਿਆ। ਤੇ ਪਾਤਸ਼ਾਹ ਸਾਧ ਸੰਗਤ ਜੀ ਫੇਰ ਮੁੜੇ। ਫਿਰ ਕੁਝ ਸਮੇਂ ਬਾਅਦ ਜਦੋਂ ਸੱਚੇ ਪਾਤਸ਼ਾਹ ਮੁੜੇ ਨਾ, ਦਿਸੇ ਨਾ ਕਿਤੇ, ਤੇ ਮਹਾਰਾਜ ਨਾਲੀ ਵਿੱਚ ਪਏ ਹੋਏ ਕੀੜੇ ਜਿੱਥੇ ਪੈਂਦੇ, ਮਹਾਰਾਜ ਮਰਦਾਨੇ ਨੂੰ ਕਹਿੰਦੇ ਉਹ ਕੀੜਾ ਕੱਢ ਡੱਕੇ ਦੇ ਨਾਲ ਬਾਹਰ। ਮਰਦਾਨੇ ਨੇ ਜਦੋਂ ਕੱਢਿਆ ਤੇ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਦੱਸ। ਕਹਿੰਦਾ ਮਹਾਰਾਜ ਹੁਣ ਲੈ ਜਾਓ, ਇਦੋਂ ਅੱਗੇ ਤਾਂ ਹੁਣ ਥੱਲੇ ਨੂੰ ਹੀ ਜਾਈ ਜਾਂਦੇ, ਮਨੁੱਖ ਤੋਂ ਬਲਦ, ਬਲਦ ਤੋਂ ਕੁੱਤਾ, ਕੁੱਤੇ ਤੋਂ ਸੱਪ, ਤੇ ਮਹਾਰਾਜ ਹੁਣ ਕੀੜਿਆਂ ਤੱਕ ਵੀ ਜੂਨੀ ਭੋਗੀ ਹੈ। ਪਰਿਵਾਰ ਦਾ ਮੋਹ ਸਾਧ ਸੰਗਤ ਜੀ ਐਸਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣਾ ਪਿਆ ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਅਲੇ। ਮੋਹ ਦੀ ਫਾਹੀ ਸਾਧ ਸੰਗਤ ਜੀ, ਮੋਹ ਦਾ ਚਿੱਕੜ ਇਹੋ ਜਿਹਾ ਹੈ ਮਨੁੱਖ ਨੂੰ ਧਰਮ ਵਾਲੇ ਪਾਸੇ ਇੱਕ ਪੈਰ ਨਹੀਂ ਜੇ ਪੱਟਣ ਦਿੰਦਾ। ਹਮ ਦੇਖਾ ਤਹਿ ਡੂਬੀ ਅਲੇ। ਪਾਤਸ਼ਾਹ ਕਹਿੰਦੇ ਅਸੀਂ ਵੇਖੇ ਵੱਡੇ ਵੱਡੇ ਰਾਣੇ ਮਹਾਰਾਣੇ, ਵੱਡੇ ਵੱਡੇ ਅਵਧੂਤੀ ਨਿਰਲੇਪ ਵਿਰਾਗੀ ਤਿਆਗੀ ਜਿਹੜੇ ਐਸੇ ਹੀ ਪਰਿਵਾਰ ਦੇ ਮੋਹ ਵਿੱਚ ਡੁੱਬ ਡੁੱਬ ਕੇ ਜੰਮਣ ਮਰਨ ਵਿੱਚ ਪੈ ਰਹੇ, ਦੁੱਖ ਭੋਗ ਰਹੇ ਹਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਮਝਾਉਂਦੇ ਹੈ ਭਰਾਤਾ ਮਹਾਦੇਵ, ਜੀਵ ਦੀ ਹਾਲਤ ਐਸੀ ਹੈ ਵੀ ਜਿਹੜੇ ਕਰਮ ਕਰਦਾ ਹੈ ਨਾ ਉਹਨਾਂ ਕਰਕੇ ਦੁੱਖ ਸੁੱਖ ਭੋਗਦਾ ਹੈ। ਪਰ ਮੂਰਖਤਾ ਇਹਦੀ ਇਹ ਹੈ ਵੀ ਸੰਸਾਰ ਹੈ ਤਾਂ ਦੁੱਖਾਂ ਦਾ ਰੂਪ, ਪਰ ਇਹ ਮੂਰਖ ਦੁੱਖਾਂ ਨੂੰ ਸੁੱਖ ਜਾਣ ਕੇ ਤੇ ਭੋਗਦਾ ਰਹਿੰਦਾ ਹੈ। ਪਰ ਜਿਹੜੇ ਵੀ ਦੁੱਖ ਨੂੰ ਵਿਸ਼ੇ ਨੂੰ ਸੁੱਖ ਜਾਣ ਕੇ ਭੋਗਦਾ ਹੈ, ਸਮਾਂ ਪਾ ਕਰਕੇ ਉਹੀ ਉਲਟਾ ਨੂੰ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਕੇਵਲ ਤੇ ਕੇਵਲ ਸੰਸਾਰ ਤੋਂ ਦੁੱਖ ਮਿਲਦਾ ਹੈ। ਜਿਨ ਅਨੁਸਾਰ ਜਨਮ ਕੋ ਪਾਹੇ। ਤੇ ਜਿਹੜੀ ਵਾਸ਼ਨਾ ਹੈ ਨਾ, ਵਾਸ਼ਨਾ ਦੇ ਕਰਕੇ ਹੀ ਜਿਹੜਾ ਹੈ ਇਹਨੂੰ ਜਨਮ ਮਿਲਦਾ ਹੈ। ਤੋ ਸੱਚੇ ਪਾਤਸ਼ਾਹ ਕਹਿੰਦੇ ਵਹਿਰ ਬਿਰਤ ਤੇ ਉਠੈ ਵਾਸ਼ਨਾ। ਬਾਹਰੀ ਬਿਰਤੀ ਨਾ ਜਿਹੜੀ ਸੰਸਾਰਾ ਬਿਰਤੀ ਆ, ਸੰਸਾਰਾਕਾਰ ਬਿਰਤੀ, ਇਹ ਭਾਈ ਮਹਾਦੇਵ ਜੀ ਇਸ ਬਿਰਤੀ ਤੋਂ ਹਮੇਸ਼ਾ ਵਾਸਤੇ ਵਾਸ਼ਨਾ ਪੈਦਾ ਹੁੰਦੀਆਂ। ਤੇ ਜਿਹੜੀ ਵਾਸ਼ਨਾ ਹੈ, ਵਾਸ਼ਨਾ ਵੱਧਾ ਆਵੇ ਜਾਏ। ਜਿਹੋ ਜੀ ਵਾਸ਼ਨਾ ਹੁੰਦੀ ਹੈ ਜੀਵ ਉਹੋ ਜਿਹਾ ਅੱਗੇ ਜਨਮ ਪ੍ਰਾਪਤ ਕਰਦਾ ਹੈ। ਇਹ ਪਰ ਦੋ ਤਨ ਹੰਤਾ ਮਮਤਾ। ਜਿਹੜਾ ਇਹ ਪੜਦਾ ਹੈ ਸਰੀਰ ਦੀ ਹੰਗਤਾ ਦਾ ਤੇ ਮੈਂ ਮੇਰੀ ਦਾ। ਤਿਆਗੇ ਤੇ ਆਤਮ ਲਖ ਲੇਤ। ਜਿਹੜਾ ਤਿਆਗ ਦਿੰਦਾ ਹੈ ਨਾ ਉਹ ਆਤਮਾ ਨੂੰ ਜਾਣ ਲੈਂਦਾ ਹੈ, ਆਪਦੇ ਆਪ ਨੂੰ ਪਰਮੇਸ਼ਰ ਬ੍ਰਹਮ ਸਰੂਪ ਜਾਣ ਲੈਂਦਾ ਹੈ। ਮਨ ਕੋ ਇੰਦਰੀਆ ਸੰਗ ਸੰਬੰਧ ਜੋ। ਜਿਹੜਾ ਮਨ ਹੈ, ਮਨ ਦਾ ਇੰਦਰੀਆਂ ਦੇ ਨਾਲ ਜਿਹੜਾ ਸੰਬੰਧ ਬਣਿਆ ਹੋਇਆ, ਸੰਗਤ ਬਣੀ ਹੋਈ ਹੈ। ਇਹੋ ਬੰਧਨ ਅਤਿਸ਼ੈ ਦੁਖ ਦੇਤ। ਇਹ ਬੰਧਨ ਹੈ ਸਾਰਿਆਂ ਤੋਂ ਵੱਡਾ, ਇਹੀ ਅਤਿਸ਼ੇ ਕਰਕੇ ਨਿਹਚੇ ਕਰਕੇ ਦੁੱਖ ਦਿੰਦਾ। ਜਿਵੇਂ ਪਾਤਸ਼ਾਹ ਕਹਿੰਦੇ ਇਹ ਮਹਾਦੇਵ ਜੀ ਮਨ ਵਿਸ਼ੇ ਤਾਂ ਮਨ ਭੋਗਦਾ ਹੈ ਨਾ ਸਾਰੇ। ਅੱਖਾਂ ਨੇ, ਅੱਖਾਂ ਵੇਖਦੀਆਂ ਜ਼ਰੂਰ ਹੈ ਪਰ ਅੱਖਾਂ ਨਾਲ ਪਰਾਇਆ ਰੂਪ ਵੇਖਣ ਦਾ ਆਨੰਦ ਮਨ ਨੂੰ ਮਿਲਦਾ। ਕੰਨ ਸੁਣਦੇ ਜ਼ਰੂਰ ਹੈ ਨਿੰਦਾ, ਪਰ ਨਿੰਦਾ ਦਾ ਰਸ ਮਨ ਲੈਂਦਾ। ਤੇ ਕੁਸੰਗਤ ਦਾ ਆਨੰਦ ਜਿਹੜਾ ਵਾ ਉਹ ਲੈਣਾ ਤਾਂ ਮਨ ਨੇ ਹੁੰਦਾ, ਪਰ ਜਾਣਾ ਪੈਰਾਂ ਨਾਲ ਚੱਲ ਕੇ ਪੈਂਦਾ। ਇਸੇ ਤਰ੍ਹਾਂ ਗਰੀਬ ਨਵਾਜ ਕਹਿੰਦੇ ਮਨ ਦੀ ਜਿਹੜੀ ਗੰਢ ਪਈ ਹੋਈ ਹੈ ਨਾ ਇੰਦਰੀਆਂ ਦੇ ਨਾਲ, ਮਨ ਦਾ ਇੰਦਰੀਆਂ ਨਾਲ ਜਿਹੜਾ ਸੰਬੰਧ ਹੈ, ਜਿਸ ਕਰਕੇ ਜੀਵ ਅਤਿਸ਼ੇ ਕਰਕੇ ਬੰਧਨਾਂ ਵਿੱਚ ਪੈ ਕੇ ਦੁੱਖ ਭੋਗਦਾ ਹੈ। ਇੰਦਰੀਆ ਤੇ ਹਟ ਕਰ ਹੋਏ ਫਿਰ ਜਬ। ਤੇ ਜਦੋਂ ਇੰਦਰੀਆਂ ਤੋਂ ਹਟ ਜਾਂਦਾ ਹੈ, ਪਿੱਛੇ ਹਟ ਕੇ ਇੰਦਰੀਆਂ ਦੇ ਵਿਸ਼ੇ ਤੋਂ, ਇੱਕ ਜਾਵੇ ਮਨ ਹਿਰਦੇ ਨਿਕੇਤ। ਭਾਵ ਮਹਾਰਾਜ ਕਹਿੰਦੇ ਜੇ ਮਨ ਦਾ ਸੰਬੰਧ ਇੰਦਰੀਆਂ ਨਾਲੋਂ ਟੁੱਟ ਜਾਵੇ ਤੇ ਫਿਰ ਮਨ ਟਿਕ ਜਾਂਦਾ ਹੈ। ਤੇ ਹਿਰਦੇ ਰੂਪੀ ਘਰ ਦੇ ਅੰਦਰ ਮਨ ਐਨ ਇੱਕ ਰਸ ਟਿਕ ਜਾਂਦਾ ਹੈ। ਸੋ ਮੁਕਤੀ ਹੈ ਸੁਖਦ ਪਰਮ ਗਤ। ਉਸੇ ਨੂੰ ਮੁਕਤੀ ਆਖਦੇ ਹੈ, ਸੁਖ ਦੇਣ ਵਾਲੀ ਹੈ,
ਪਰਮਗਤ ਸਾਰਿਆਂ ਤੋਂ ਵੱਡੀ ਪਦਵੀ ਹੈ। ਕਹਿਤ ਸੰਤ ਸਭ ਵੇਦ ਸਮੇਤ। ਇਹ ਸਾਰੇ ਮਹਾਂਪੁਰਖ ਤੇ ਸਮੇਤ ਵੇਦਾਂ ਦੇ ਸਭ ਇੱਕੋ ਗੱਲ ਕਹਿੰਦੇ ਆ, ਜਦੋਂ ਮਨ ਟਿਕ ਜਾਂਦਾ, ਮਨ ਟਿਕੇ ਦਾ ਨਾਮ ਹੀ ਮੁਕਤੀ ਹੈ, ਜਿਹੜੀ ਬਹੁਤ ਸੁਖ ਦੇਣ ਵਾਲੀ ਹੈ। ਸੰਸਾਰ ਦੇ ਸਾਰੀਆਂ ਪਦਵੀਆਂ ਤੋਂ ਉੱਚ ਪਦਵੀ ਹੈ। ਬੁੱਧ ਤੇ ਗਿਆ ਆਤਮਾ ਬ੍ਰਹਮ ਜੋ। ਜਿਹੜਾ ਆਤਮਾ ਹੈ, ਬ੍ਰਹਮ ਹੈ ਨਾ, ਹੇ ਮਹਾਦੇਵ ਜੀ, ਉਹ ਬੁੱਧੀ ਕਰਕੇ ਜਾਣਨੇ ਯੋਗ ਹੈ। ਸਤ ਸੰਗਤ ਜੀ, 3 ਤਰ੍ਹਾਂ ਦੀ ਬਿਰਤੀ ਮੰਨੀ ਹੈ। ਲਕਸ਼ਣਾ ਬਿਰਤੀ ਹੈ, ਵਿਅੰਜਨਾ ਬਿਰਤੀ ਹੈ, ਇਸੇ ਤਰ੍ਹਾਂ ਸ਼ਕਤਾ ਬਿਰਤੀ ਹੈ। ਸ਼ਕਤੀ ਬਿਰਤੀ ਦੁਆਰਾ ਨਹੀਂ, ਲਕਸ਼ਣਾ ਬਿਰਤੀ ਦੁਆਰਾ ਬ੍ਰਹਮ ਪਰਮੇਸ਼ਰ ਜਾਣਨੇ ਯੋਗ ਹੈ। ਨਹਿ ਕਿਸ ਇੰਦਰੀ ਵਿਸ਼ੈ ਵਿਚਾਰ। ਇਹ ਇੰਦਰੀਆਂ ਦਾ ਵਿਸ਼ਾ ਜਾਂ ਵਿਚਾਰ ਨਹੀਂ ਹੈ। ਜਿਹੜਾ ਪਰਮੇਸ਼ਰ ਹੈ ਉਹ ਤਾਂ ਬੁੱਧ ਦਾ ਵਿਚਾਰ ਹੈ, ਬਿਰਤੀ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਗਿਆਤਾ ਪਾਏ ਆਨੰਦ ਉਦਧ। ਜਿਹੜੇ ਗਿਆਤਾ ਹੁੰਦੇ ਆ ਨਾ, ਉਹ ਪਰਮੇਸ਼ਰ ਨੂੰ ਜਾਣਨ ਵਾਲੇ, ਉਹ ਸਮਾਂ ਪਾ ਕਰਕੇ, ਅਭਿਆਸ ਕਰ ਕਰਕੇ ਆਨੰਦ ਦੇ ਸਾਗਰ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਆ। ਤਤ ਛਿਨ ਮਿਲ ਹੈ ਤਾਹੇ ਮਝਾਰ। ਤੇ ਛਿਣ ਦੇ ਵਿੱਚ ਹੀ ਭਗਤ ਕਬੀਰ ਸਾਹਿਬ ਵਰਗੇ ਪਰਮੇਸ਼ਰ ਦੇ ਵਿੱਚ ਜਾ ਮਿਲਦੇ ਹਨ। ਨਹੀਂ ਬਾਸਨਾ ਉਠੈ ਬਹੁਰ ਕਬ। ਤੇ ਜਦੋਂ ਪਰਮੇਸ਼ਰ ਚ ਲੀਨ ਹੋ ਜਾਂਦੇ ਨਾ ਸਤਿਪੁਰਖ ਸਾਧੂ, ਫਿਰ ਉਹਨਾਂ ਦੇ ਅੰਦਰ ਕਦੇ ਵੀ ਵਾਸ਼ਨਾ ਨਹੀਂ ਪੈਦਾ ਹੁੰਦੀ। ਸਤ ਸੰਗਤ ਜੀ, ਸੌਖਾ ਸਮਝਣ ਵਾਸਤੇ ਨਦੀ ਚੱਲੀ ਜਾਵੇ, ਜਿੰਨਾ ਚਿਰ ਮਰਜ਼ੀ ਚੱਲੀ ਜਾਵੇ, ਜਦੋਂ ਸਮੁੰਦਰ ਵਿੱਚ ਪੈ ਜਾਂਦੀ ਫਿਰ ਪਾਣੀ ਦੌੜਦਾ ਨਹੀਂ, ਰੁਕ ਜਾਂਦਾ। ਮਨ ਨਦੀ ਵਰਗਾ ਹੈ, ਪਰ ਜਦੋਂ ਇਹ ਪਰਮੇਸ਼ਰ ਵਿੱਚ ਵੜ ਜਾਂਦਾ ਹੈ ਨਾ ਖਾਲਸਾ ਜੀ, ਜਾਂ ਇਹ ਜੀਵ, ਤੇ ਜੰਮਣ ਮਰਨ ਰੂਪੀ ਦੌੜ ਹੀ ਹੈ। ਪਰ ਜਦੋਂ ਸਮੁੰਦਰ ਰੂਪੀ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ, ਤੋ ਜਾਏ ਚੜੇ ਸਿੰਘਾਸਨ ਮਿਲ ਹੈ, ਸਾਰਗ ਪਾਰੀ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਇਸ ਤਰ੍ਹਾਂ ਜਿਉ ਜਲ ਮਹਿ ਜਲ ਪੈਸ ਨਾ ਨੀਕਸ। ਪਰਮੇਸ਼ਰ ਵਿੱਚ ਜਦੋਂ ਤੁਹਾਡੀ ਬਿਰਤੀ ਜਾਂ ਲੀਨ ਹੋ ਜਾਂਦੀ ਹੈ, ਜੀਵ ਆਤਮਾ ਪਰਮੇਸ਼ਰ ਵਿੱਚ ਲੀਨ ਹੋ ਜਾਵੇ, ਫਿਰ ਵਾਸ਼ਨਾ ਕਾਹਦੇ ਨਾਲ ਉੱਠਣੀ? ਜਦੋਂ ਮਨ ਮਰ ਜਾਂਦਾ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਵਾਸ਼ਨਾ ਵੀ ਨਾਸ਼ ਹੋ ਜਾਂਦੀ ਹੈ। ਜਨਮ ਮਰਨ ਨਹਿ ਹੋਏ ਸੰਸਾਰ। ਫਿਰ ਕਦੇ ਵੀ ਜੰਮਣਾ ਮਰਨਾ ਸੰਸਾਰ ਵਿੱਚ ਨਹੀਂ ਹੁੰਦਾ ਹੈ। ਸਾਰ ਅਸਾਰ ਵਿਚਾਰ ਧਾਰ ਕਰ। ਇਸ ਲਈ ਸਾਰ ਅਸਾਰ, ਸੱਤ ਤੇ ਅਸੱਤ, ਪਰਮੇਸ਼ਰ ਸੱਤ ਹੈ ਤੇ ਸੰਸਾਰ ਝੂਠ ਹੈ, ਇਹਦੀ ਵਿਚਾਰ ਇਹਦੇ ਵਿੱਚ ਧਾਰ ਕਰਕੇ। ਸਾਰ ਗਹਿ ਸਭ ਤਿਆਗ ਅਸਾਰ। ਤੇ ਝੂਠ ਨੂੰ ਛੱਡ ਦੇਣਾ, ਸੰਸਾਰ ਨੂੰ ਛੱਡ ਦੇਣਾ ਬਾਬਾ ਮਹਾਦੇਵ ਜੀ, ਤੇ ਬ੍ਰਹਮ ਪਰਮੇਸ਼ਰ ਜਿਹੜਾ ਤ੍ਰੈ ਕਾਲ ਸੱਚ ਹੈ, ਉਹਦਾ ਨਾਮ ਸੱਚ ਹੈ, ਨਾਮ ਗ੍ਰਹਿਣ ਕਰ ਲੈਣਾ, ਪਰਮੇਸ਼ਰ ਨੂੰ ਗ੍ਰਹਿਣ ਕਰ ਲੈਣਾ। ਸੰਸਾਰ ਦੇ ਵਿੱਚੋਂ ਨਾਮ ਗ੍ਰਹਿਣ ਕਰਨਾ, ਪਰਮੇਸ਼ਰ ਦੀ ਉਸਤਤੀ ਗ੍ਰਹਿਣ ਕਰਨੀ ਹੈ, ਤੇ ਨਾਸ਼ਵੰਤ ਸੰਸਾਰ ਨੂੰ ਛੱਡ ਦੇਣਾ ਹੈ। ਅੰਤਰ ਬ੍ਰਿਤੀ ਹੋਏ ਕਰ ਜਾਨਹ। ਪਹਿਲਾਂ ਅੰਤਰਮੁਖੀ ਬਿਰਤੀ ਕਰ ਲੈਣੀ ਹੈ। ਜਿਹਨੂੰ ਮਿਲਿਆ ਪਰਮੇਸ਼ਰ ਨੂੰ ਅੰਦਰੋਂ ਮਿਲਿਆ, ਕਦੇ ਬਾਹਰੋਂ ਨਹੀਂ। ਇਸ ਲਈ ਮਹਾਦੇਵ ਬਾਬੇ ਇਸ ਤਰ੍ਹਾਂ ਤੁਸਾਂ ਨੇ ਕਰਨਾ ਹੈ ਭਾਈ, ਅੰਤਰਮੁਖੀ ਬਿਰਤੀ ਕਰਕੇ ਅਭਿਆਸ ਕਰਨਾ ਹੈ। ਵਹਿਰ ਨਹੀਂ ਕੁਛ ਸਭ ਇਸ ਮਾਹੇ। ਬਾਹਰ ਕੁਝ ਨਹੀਂ ਹੈ, ਜੋ ਵੇਖਣ ਵਾਲਾ ਉਹ ਸਾਰਾ ਕੁਝ ਅੰਦਰ ਹੈ। ਸਰੀਰ ਦੇ ਅੰਦਰ ਹੀ ਪਰਮੇਸ਼ਰ ਛੁਪਿਆ ਹੋਇਆ ਹੈ, ਬਾਹਰੋਂ ਕੁਝ ਮਿਲਣ ਵਾਲਾ ਨਹੀਂ ਹੈ। ਮਹਾਦੇਵ ਸੁਨ ਦ੍ਰਿਗ ਜੁਗ ਮੁੰਦੇ। ਮਹਾਰਾਜ ਨੇ ਖਾਲਸਾ ਜੀ ਇਹੋ ਜਿਹਾ ਉਪਦੇਸ਼ ਬਖਸ਼ਿਆ, ਤੇ ਬਾਕੀ ਬਾਬਾ ਮਹਾਦੇਵ ਜੀ ਪਹਿਲਾਂ ਹੀ ਬੜੇ ਅਭਿਆਸੀ ਸਨ ਨਾਮ ਸਿਮਰਨ ਦੇ। ਇੰਨਾ ਕੋ ਉਪਦੇਸ਼ ਲੈਂਦਿਆਂ ਸਾਰੀ ਨੇਤਰ ਬੰਦ ਕਰ ਲਏ ਹਨ। ਅੰਤਰ ਬ੍ਰਿਤ ਤੇ ਵਹਿਰ ਨ ਆਹੇ। ਅੰਦਰਮੁਖੀ ਬਿਰਤੀ ਵਿੱਚ ਇੰਨੇ ਖੁੱਭ ਗਏ ਆ ਬਾਬਾ ਮਹਾਦੇਵ ਜੀ, ਹੁਣ ਬਾਹਰ ਨਹੀਂ ਆ ਰਹੇ ਹਨ। ਤਤ ਛਿਨ ਲੱਗੀ ਸਮਾਦ ਅਚਲ ਚਿਤ। ਅਚਲ ਇੱਕ ਰਸ ਚਿੱਤ ਵਿੱਚ ਸਮਾਧੀ ਲੱਗ ਗਈ ਪਰਮੇਸ਼ਰ ਦੇ ਅੰਦਰ। ਰਸ ਕੋ ਪਾਏ ਤਜਤ ਸੋ ਨਾਹੇ। ਤੇ ਜਦੋਂ ਆਤਮਾ ਦਾ ਰਸ ਪ੍ਰਾਪਤ ਹੋਇਆ ਨਾ ਅੰਦਰੋਂ ਬਾਬਾ ਮਹਾਦੇਵ ਜੀ ਨੂੰ, ਕਹਿੰਦੇ ਫਿਰ ਸਮਾਧੀ ਨਾ ਖੋਲਣ ਛੇਤੀ, ਤੇ ਇੱਕ ਰਸ ਪਰਮੇਸ਼ਰ ਦੇ ਵਿੱਚੋਂ ਜਾਂ ਆਤਮਾ ਦੇ ਵਿੱਚੋਂ ਆਨੰਦ ਰਸ ਲਈ ਜਾ ਰਹੇ ਹਨ। ਬੀਤ ਗਏ ਜੁਗ ਜਾਮ ਥਰਿਓ ਜਬ। ਤੇ ਖਾਲਸਾ ਜੀ 2 ਪਹਿਰ ਬੀਤ ਗਏ, ਤਕਰੀਬਨ 6 ਘੰਟੇ ਦਾ ਸਮਾਂ ਬੀਤ ਗਿਆ ਹੈ। ਸ਼੍ਰੀ ਅਰਜਨ ਤਬ ਗਹਿ ਕਰ ਬਾਹੇ। ਇਹਨਾਂ ਨੇਤਰ ਨਾ ਖੋਲੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਬਾ ਮਹਾਦੇਵ ਜੀ ਦੀ ਬਾਹ ਪਕੜ ਕਰਕੇ ਧੰਨ ਬ੍ਰਿਤ ਤੁਮਰੀ ਗੁਰ ਸੁਤ ਹੋ। ਜਗਾਉਣਾ ਕੀਤਾ, ਜਾਂ ਕਹੋ ਸਮਾਧੀ ਤੋਂ ਉਥਾਨ ਕੀਤਾ। ਆਖਿਆ ਹੈ ਬਾਬਾ ਮਹਾਦੇਵ, ਹੈ ਗੁਰੂ ਕੇ ਸਾਹਿਬਜ਼ਾਦੇ,
ਧਨ ਤੁਹਾਡੀ ਬਿਰਤੀ ਸੁਰਤੀ ਹੈ। ਕਹੇ ਤਨਕ ਤੇ ਉਪਜਿਓ ਗਿਆਨ। ਅਸੀਂ ਥੋੜਾ ਜਿਹਾ ਉਪਦੇਸ਼ ਦਿੱਤਾ ਤੇ ਗੁਰੂ ਨਾਨਕ ਪਾਤਸ਼ਾਹ ਦੀਆਂ 2 ਪੰਕਤੀਆਂ ਗੁਰਬਾਣੀ ਦੀਆਂ ਸੁਣ ਕੇ ਹੀ ਤੁਹਾਡੇ ਅੰਦਰ ਗਿਆਨ ਪੈਦਾ ਹੋ ਗਿਆ ਹੈ। ਲਾਹ ਸਮਾਦ ਬਹਿਰ ਕੀ ਅਬ ਤੁਮ। ਹੁਣ ਸਮਾਧੀ ਅੰਦਰਲੀ ਛੱਡ ਕੇ ਹੁਣ ਬਾਹਰ ਮੁਖੀ ਸਮਾਧੀ ਲਾ ਲੈਣਾ ਕਰੋ। ਜਗਤ ਆਪਨੋ ਰੂਪ ਪਛਾਨ। ਤੇ ਸਾਰੇ ਸੰਸਾਰ ਨੂੰ ਆਪਣਾ ਰੂਪ ਪਛਾਨਣਾ ਕਰੋ ਜੀ। ਬ੍ਰਹਮ ਸੁਦੀਸਹਿ ਬ੍ਰਹਮ ਸੁ ਸੁਣੀਐ। ਹੁਣ ਜਦੋਂ ਬਾਹਰ ਵੇਖੋਗੇ ਬ੍ਰਹਮ ਹੀ ਦਿਸੇਗਾ, ਬ੍ਰਹਮ ਹੀ ਸੁਣੇਗਾ। ਤਿਸ ਬਿਨ ਊਣ ਨਹੀਂ ਕੋ ਥਾਨ। ਕੋਈ ਜਗ੍ਹਾ ਵੀ ਤੁਹਾਨੂੰ ਬ੍ਰਹਮ ਤੋਂ ਬਿਨਾਂ ਆਉਣੀ ਨਹੀਂ ਲੱਗੇਗੀ। ਸਾਧ ਸੰਗਤ ਜੀ, ਸਤਿਗੁਰਾਂ ਦਾ ਫਰਮਾਨ ਹੈ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਪਰਮੇਸ਼ਰ ਜਿਹੜਾ ਨਾ ਸਾਧ ਸੰਗਤ ਜੀ, ਅੰਤਰਮੁਖੀ ਬਿਰਤੀ ਜਦੋਂ ਟਿਕਾ ਲਈਦਾ ਨਾ, ਬਾਹਰ ਮੁਖੀ ਬਿਰਤੀ ਰੋਕ ਕੇ ਵੀ ਬਾਹਰ ਕੀ ਹੋ ਰਿਹਾ, ਜਦੋਂ ਇਹ ਬਿਰਤੀ ਦਾ ਵੇਗ ਪਲਟਾ ਕੇ ਅੰਦਰ ਨੂੰ ਕਰ ਲਵੇ ਕੋਈ ਨਾਮ ਦੇ ਬਲ ਨਾਲ, ਸੰਗਤ ਦੇ ਬਲ ਨਾਲ, ਜਦੋਂ ਅੰਦਰ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ ਨਾ, ਫਿਰ ਜਦੋਂ ਤੁਸੀਂ ਇਸ ਬਿਰਤੀ ਨੂੰ ਬਾਹਰ ਮੁਖੀ ਵੀ ਕਰ ਲਓਗੇ ਤੇ ਬਾਹਰ ਤੁਹਾਨੂੰ ਪਰਮੇਸ਼ਰ ਤੋਂ ਬਿਨਾਂ ਜੋ ਬੂਲਤ ਦੀਸਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਰੇ ਪਾਸੇ ਤੁਹਾਨੂੰ ਪਰਮੇਸ਼ਰ ਦਿਸੇਗਾ। ਘਰ ਸੁਖ ਵਸਿਆ, ਜਿਨ੍ਹਾਂ ਨੇ ਘਰ ਅੰਦਰੋਂ ਸੁਖ ਸਰੂਪ ਪਰਮੇਸ਼ਰ ਨੂੰ ਵਸਿਆ ਜਾਣ ਲਿਆ, ਬਾਹਰ ਸੁਖ ਪਾਇਆ, ਉਹਨਾਂ ਨੇ ਬਾਹਰ ਵੀ ਸੁਖ ਪ੍ਰਾਪਤ ਕੀਤਾ। ਭਾਵ ਸਾਰੇ ਪਾਸੇ ਉਹਨਾਂ ਨੂੰ ਸੁਖ ਸਰੂਪ ਪਰਮੇਸ਼ਰ ਦਿਸਦਾ। ਆਪਾਂ ਬਾਬਾ ਨਾਮਦੇਵ ਜੀ, ਭਗਤ ਕਬੀਰ ਸਾਹਿਬ ਜੀ ਦਾ ਜੀਵਨ ਪੜ੍ਹੀਏ, ਜਿਹਦਾ ਮਰਜੀ ਭਗਤ ਦਾ ਜੀਵਨ ਪੜ੍ਹੋ ਖਾਲਸਾ ਜੀ, ਉਹਨਾਂ ਨੂੰ ਸਾਰਿਆਂ ਵਿੱਚ ਪਰਮੇਸ਼ਰ ਐਵੇਂ ਨਹੀਂ ਸੀ ਦਿਸਦਾ। ਕਿਉਂ ਦਿਸਦਾ ਸੀ? ਕਿਉਂਕਿ ਉਹਨਾਂ ਨੇ ਪਹਿਲਾਂ ਅੰਦਰੋਂ ਪਰਮੇਸ਼ਰ ਪ੍ਰਾਪਤ ਕੀਤਾ। ਜਦੋਂ ਪਰਮੇਸ਼ਰ ਅੰਦਰੋਂ ਪ੍ਰਾਪਤ ਹੋ ਜਾਂਦਾ ਹੈ ਨਾ, ਫਿਰ ਬਾਹਰ ਪਰਮੇਸ਼ਰ ਤੋਂ ਬਿਨਾਂ ਹੋਰ ਕੁਝ ਨਹੀਂ ਦਿਸਦਾ। ਤੋ ਪਾਤਸ਼ਾਹ ਕਹਿੰਦੇ ਹੁਣ ਅੰਤਰਮੁਖੀ ਬਿਰਤੀ ਰਾਹੀਂ ਤੁਸੀਂ ਪਰਮੇਸ਼ਰ ਨੂੰ ਅੰਦਰੋਂ ਪ੍ਰਾਪਤ ਕਰ ਲਿਆ। ਹੇ ਬਾਬਾ ਮਹਾਦੇਵ, ਹੁਣ ਜਰਾ ਬਾਹਰ ਮੁਖੀ ਬਿਰਤੀ ਕਰਕੇ ਵੇਖੋ, ਤੁਹਾਨੂੰ ਸਭ ਪਾਸੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਾਗਤ ਸੁਪਤ ਉਠਤ ਆਰ ਬੈਠਤ। ਜਾਗਦਿਆਂ ਸੌਂਦਿਆਂ ਉੱਠਦਿਆਂ ਬਹਿੰਦਿਆਂ ਹੋਇਆਂ, ਫਿਰਤ ਸਥਿਤ ਇੱਕ ਰਸ ਬ੍ਰਿਤ ਠਾਨ। ਤਾਂ ਤੁਰਦਿਆਂ ਫਿਰਦਿਆਂ ਵੀ ਤੇ ਟਿਕਿਆਂ ਹੋਇਆਂ ਵੀ ਇੱਕ ਰਸ ਬਿਰਤੀ ਠਾਣ ਕਰਕੇ ਸਭ ਵਿੱਚ ਤੁਹਾਨੂੰ ਪਰਮੇਸ਼ਰ ਹੀ ਦਿਸੇਗਾ। ਦ੍ਰਿਗ ਉਘਾਰ ਕਰ ਅਨੁਜ ਬਿਲੋਕਿਓ। ਇਧਰ ਬਾਬਾ ਮਹਾਦੇਵ ਜੀਆਂ ਨੇਤਰ ਖੋਲੇ, ਖੋਲਦਿਆਂ ਨੇਤਰ ਸਾਰ ਸਤਿਗੁਰਾਂ ਦੇ ਦਰਸ਼ਨ ਕੀਤੇ ਐ। ਮਹਿਮਾ ਮਹਾਜਾਨ ਸੁਖ ਪਾਏ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਹਿਮਾ ਜਾਣੀ ਵੀ ਇਹ ਪਰਮੇਸ਼ਰ ਦਾ ਸਰੂਪ ਹਨ ਸਰਗੁਣ, ਬੜਾ ਸੁਖ ਪ੍ਰਾਪਤ ਕੀਤਾ ਹੈ। ਨਿਸਬਾ ਸੁਰ ਕੀ ਮਹਾ ਸਮਾਧੀ। ਤੇ ਦਿਨ ਰਾਤ ਦੀ ਜਿਹੜੀ ਸਮਾਧੀ ਮਹਾਨ, ਜਿਹਨੂੰ ਸਾਧ ਸੰਗਤ ਸੁਨ ਸਮਾਧੀ ਆਖਦੇ ਹਨ, ਸੋ ਸਭ ਜਾਨੀ ਇੱਕ ਰਸ ਪਾਏ। ਉਹ ਇੱਕ ਰਸ ਸਮਾਧੀ ਜਿਹੜੀ ਹੈ, ਜਿਵੇਂ ਸਾਵਕਲਪ ਸਮਾਧੀ ਹੈ, ਨਿਰਵਕਲਪ ਸਮਾਧੀ ਹੈ, ਤੇ ਜੀ ਸਾਧ ਸੰਗਤ ਸੁਨ ਸਮਾਧੀ ਹੈ। ਤੋ ਇਹ ਸੁਨ ਸਮਾਧੀ ਦੇ ਵਿੱਚ ਲੀਨ ਹੋਏ ਬਾਬਾ ਮਹਾਦੇਵ ਜੀ, ਇਹਨਾਂ ਸੁਨ ਸਮਾਧੀ ਬਾਬਤ ਪਰਮੇਸ਼ਰ ਬਾਬਤ ਸਭ ਕੁਝ ਇੱਕ ਰਸ ਜਾਣ ਲੈਣਾ ਕੀਤਾ ਹੈ। ਏਕ ਆਤਮਾ ਪੂਰਨ ਨਭ ਸਮ। ਜਾਣ ਲਿਆ ਬਾਬਾ ਮਹਾਦੇਵ ਜੀਆਂ ਵੀ ਜਿਹੜਾ ਆਤਮਾ ਪਰਮਾਤਮਾ ਹੈ ਉਹ ਸਭ ਜੀਵਾਂ ਵਿੱਚ ਇੱਕ ਰਸ ਹੈ, ਜਿਵੇਂ ਆਕਾਸ਼ ਸਭ ਜਗ੍ਹਾ ਤੇ ਮੌਜੂਦ ਹੈ। ਅੰਤਰ ਬਾਹਰ ਬ੍ਰਹਮ ਦ੍ਰਿਸ਼ਟਾਏ। ਤੇ ਬਾਬਾ ਮਹਾਦੇਵ ਨੂੰ ਹੁਣ ਅੰਦਰ ਵੀ ਤੇ ਬਾਹਰ ਵੀ ਕੇਵਲ ਤੇ ਕੇਵਲ ਪਰਮੇਸ਼ਰ ਦਿਸਦਾ ਹੈ। ਨਮਸਕਾਰ ਕਰ ਉਠਤ ਭਇਓ ਤਬ। ਸਤਿਗੁਰੂ ਅਰਜਨ ਦੇਵ ਸਾਹਿਬ ਨੂੰ ਨਮਸਕਾਰ ਕਰਕੇ ਉੱਠ ਪਏ ਹਨ। ਕਹਾਂ ਭਇਓ ਇਹ ਚਿਤ ਬਿਸਮਾਏ। ਤੇ ਹੈਰਾਨ ਹੋਈ ਜਾਂਦੇ ਬਾਬਾ ਮਹਾਦੇਵ ਜੀ ਮਨ 'ਚ ਵੀ ਇਹ ਕੀ ਮੈਨੂੰ ਹੋ ਰਿਹਾ ਹੈ, ਹੈਰਾਨ ਹੋ ਰਹੇ ਚਿੱਤ ਦੇ ਅੰਦਰ। ਰਾਗ ਨ ਦ્વੈਸ ਨ ਮੋਹ ਨ ਮਾਇਆ। ਨਾ ਮੇਰੇ ਵਿੱਚ ਪ੍ਰੇਮ ਰਹਿ ਗਿਆ, ਕਿਸੇ ਦੇ ਪ੍ਰਤਾਏ ਪ੍ਰੇਮ ਦੀ ਭਾਵਨਾ ਵੀ ਪੈਦਾ ਨਹੀਂ ਹੁੰਦੀ, ਨਾ ਈਰਖਾ ਹੁਣ ਅੰਦਰ ਉੱਠ ਰਹੀ ਹੈ, ਨਾ ਮੋਹ ਤੇ ਨਾ ਮਾਇਆ, ਸਾਰਾ ਕੁਝ ਨਾਸ਼ ਹੋ ਗਿਆ। ਬਾਬਾ ਮਹਾਦੇਵ ਖੁਦ ਵੀ ਹੈਰਾਨ ਹੋ ਰਹੇ ਆ ਵੀ ਮੇਰੇ ਅੰਦਰ ਮੋਹ ਮਮਤਾ ਸਾਰੀ ਨਾਸ਼ ਹੋ ਗਈ ਹੈ। ਪਰਦਾ ਮਿਟਿਓ ਪਛਾਨਿਓ ਇੱਕ ਪਰਮੇਸ਼ਰ ਨੂੰ ਪਛਾਣ ਲਿਆ ਤੇ ਮੋਹ ਮਮਤਾ ਹੰਗਤਾ ਦੇ ਸਾਰੇ ਪਰਦੇ ਅਗਿਆਨ ਦੇ ਮਿਟ ਗਏ ਹਨ। ਇੱਕ ਦੋਏ ਦਿਨ ਪੁਨ ਬਸੇ ਤਿਸੀਪੁਰ। ਇਸੇ ਤਰ੍ਹਾਂ 1-2 ਦਿਨ ਹੋਰ ਗੋਇੰਦਵਾਲ ਸਾਹਿਬ ਰਹਿ ਕਰਕੇ ਅਤ ਸੁਖ ਪਾਏ ਸ ਪਰਮ ਵਿਵੇਕ। ਤੋ ਪਰਮ ਵੱਡਾ ਵਿਵੇਕ ਗਿਆਨ ਜੀਵ ਈਸ਼ ਦੀ ਏਕਤਾ ਵਾਲੀ ਆਤਮ ਸ਼ੈਣੀ ਬੁੱਧ ਦਾ ਸੁਖ ਪ੍ਰਾਪਤ ਕੀਤਾ ਹੈ। ਤਬ ਸ਼੍ਰੀ ਅਰਜਨ ਗਿਰਾ ਬਖਾਨੀ। ਤੇ 2 ਕੁ ਦਿਨ ਬਾਅਦ ਨਾ
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਬਾਬਾ ਮਹਾਦੇਵ ਜੀ ਨੂੰ ਬਚਨ ਕੀਤਾ ਹੈ। ਸੁਨਹਾ ਭਰਾਤ ਤਨ ਤਜ ਬੇਟੇ ਆਖਿਆ ਹੈ ਮੇਰੇ ਭਰਾਤਾ, ਜੇ ਤੁਸੀਂ ਟੇਕ ਧਾਰੀ ਹੋਈ ਹੈ ਸਰੀਰ ਛੱਡਣ ਦੀ, ਦੋਏ ਦਿਵਸ ਮਹਿ ਪ੍ਰਾਨਨ ਤਿਆਗਾ। ਤੇ ਤੁਸੀਂ ਇਉਂ ਕਰੋ 2 ਕੁ ਦਿਨਾਂ ਬਾਅਦ ਆਪਣਾ ਸਰੀਰ ਜਿਹੜਾ ਛੱਡ ਦੇਣਾ ਕਰੋ। ਬਸ ਹੈ ਇਹਾਂ ਹੈ ਸਿੱਖ ਅਨੇਕ। ਤੇ ਸਰੀਰ ਵੀ ਇੱਥੇ ਹੀ ਛੱਡਣਾ ਗੋਇੰਦਵਾਲ ਸਾਹਿਬ ਤੁਸੀਂ, ਕਿਉਂਕਿ ਇੱਥੇ ਵੇਖੋ ਕਿੰਨੇ ਸਿੱਖ ਸੰਗਤਾਂ ਜੁੜੀਆਂ ਹੋਈਆਂ ਹਨ। ਸ਼੍ਰੀ ਗੁਰ ਅਮਰ ਅੰਸ਼ ਹੈ ਇਹ ਠਾਂ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਸ਼ ਬੰਸ ਵੀ ਇੱਥੇ ਗੋਇੰਦਵਾਲ ਰਹਿ ਰਹੀ ਹੈ। ਪਿਤ ਨਾਨੇ ਤਨ ਤਿਆਗਨ ਥਾਨ। ਹੇ ਮਹਾਦੇਵ ਭਰਾ ਦਾ ਬੜਾ ਪਵਿੱਤਰ ਸਥਾਨ ਹੈ ਗੋਇੰਦਵਾਲ ਸਾਹਿਬ ਦਾ। ਧੰਨ ਨਾਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇੱਥੇ ਸਰੀਰ ਤਿਆਗਿਆ, ਸੱਚਖੰਡ ਗਏ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸਾਡੇ ਪਿਤਾ ਜੀ ਵੀ ਇੱਥੇ ਜੋਤੀ ਜੋਤ ਸਮਾਏ ਸਨ। ਜਿਉਂ ਗਜ ਫੂਲ ਮਾਲ ਕੋ ਡਾਰੇ। ਜਿਵੇਂ ਹਾਥੀ ਸੁੱਕੀ ਮਾਲਾ ਗਲ ਚੋਂ ਲਾਹ ਸਿੱਟ ਦਿੰਦਾ ਹੈ, ਤਿਨ ਤੁਮ ਤਜੋ ਦੇਹ ਸੁਖ ਮਾਨ। ਸੁਖ ਮਾਣ ਕਰਕੇ ਤੁਸੀਂ ਇਸ ਤਰ੍ਹਾਂ ਸੁਖਾਲੀ ਸਰੀਰ ਦੇ ਆਪਣਾ ਛੱਡ ਦੇਣਾ ਕਰੋ। ਸੁਣਤ ਪ੍ਰਫੁੱਲਿਤ ਮਹਾਦੇਵ ਭਾਵ। ਸੁਣ ਕੇ ਬਾਬਾ ਮਹਾਦੇਵ ਜੀ ਬੜੇ ਪ੍ਰਫੁੱਲਤ ਹੋਏ ਐ, ਪ੍ਰਸੰਨ ਹੋਏ ਹਨ। ਅਬ ਕੁਛ ਕਰਨੋ ਰਹਿਓ ਨ ਜਾਨ। ਤੇ ਜਾਣ ਲਿਆ ਵੀ ਹੁਣ ਕੋਈ ਹੋਰ ਸਾਧਨ ਕਰਨ ਵਾਲਾ ਨਹੀਂ ਰਹਿ ਗਿਆ। ਜੋ ਮੁਕਾਮ ਤੇ ਪਹੁੰਚਣਾ ਸੀ ਉੱਥੇ ਅਸੀਂ ਪਹੁੰਚ ਗਏ ਹਾਂ। ਨਹਿ ਚਿੰਤਾ ਤਨ ਰਾਖਣ ਤਿਆਗਣ। ਹੁਣ ਸਰੀਰ ਨੂੰ ਰੱਖ ਲਈਏ ਜਾਂ ਛੱਡ ਦਈਏ ਦੀ ਚਿੰਤਾ ਮੁੱਕ ਗਈ ਹੈ। ਚਿੰਤਾ ਨਹੀਂ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਉਹ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਇਹ ਬਿਰਤੀ ਪੈਦਾ ਹੋ ਗਈ ਹੈ। ਜੰਮਣ ਦੀ ਕੋਈ ਖਾਹਿਸ਼ ਨਹੀਂ ਹੈ, ਜਿਉਂਦੇ ਰਹਿਣ ਦੀ, ਔਰ ਨਾ ਹੀ ਮਰਨ ਦੀ ਕੋਈ ਚਿੰਤਾ ਰਹਿ ਗਈ ਹੈ। ਹੋਏ ਭਲੇ ਗਤ ਕਰ ਮਨ ਠਾਨ। ਤੇ ਇਸੇ ਤਰ੍ਹਾਂ ਜਿਹੜੇ ਭਲੀ ਕਲਿਆਣ ਹੋਵੇਗੀ, ਇਸ ਤਰ੍ਹਾਂ ਦਾ ਜਿਹੜਾ ਜਾਣਨਾ ਕੀਤਾ ਹੈ ਵੀ ਆਪ ਦੀ ਬਖਸ਼ਿਸ਼ ਦੇ ਸਦਕਾ ਹੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਰਮ ਗਤੀ ਹੋ ਗਏ, ਨਾਸ਼ ਹੋ ਗਏ ਹਨ। ਜੋ ਹੁਣ ਹੋਏਗਾ ਸਰੀਰ ਕਰਕੇ ਉਹ ਭਲਾ ਹੀ ਹੋਵੇਗਾ। ਮੈਂ ਨਿਤ ਅਮਰ ਨ ਜਨਮ ਨ ਮਰਨੋ। ਮਹਾਰਾਜ ਮੈਂ ਤਾਂ ਹੁਣ ਅਮਰ ਹਾਂ, ਕਿਉਂਕਿ ਜਾਣ ਲਿਆ ਨਾ ਮਨ ਜੋਤ ਸਰੂਪ ਹੈ, ਮੈਂ ਜੋਤ ਸਰੂਪ ਹਾਂ। ਤੋ ਪਾਤਸ਼ਾਹ ਮੈਂ ਤਾਂ ਅਮਰ ਹਾਂ, ਨਾ ਮੇਰਾ ਜਨਮ ਹੈ ਨਾ ਮੇਰਾ ਮਰਨ ਹੈ। ਮਿਥਿਆ ਦੇਹ ਨ ਥਿਰਤਾ ਪਾਏ। ਇਹ ਸਰੀਰ ਦਾ ਕੀ, ਇਹ ਤਾਂ ਝੂਠਾ ਹੈ। ਅੱਜ ਛੱਡ ਦਈਏ ਕੱਲ ਛੱਡ ਦਈਏ, ਸਦਾ ਥਿਰ ਰਹਿਣ ਵਾਲਾ ਨਹੀਂ। ਇਮ ਕਹਿ ਰਹਿਓ ਆਨੰਦਤ ਅਤਿਸ਼ੈ। ਇਹ ਕਹਿ ਕੇ ਬਾਬਾ ਮਹਾਦੇਵ ਜੀ ਬੜੇ ਆਨੰਦਿਤ ਹੋ ਰਹੇ ਹਨ। ਭ੍ਰਮ ਅਗਿਆਨ ਸਮੇਤ ਬਿਹਾਏ। ਕਿਉਂਕਿ ਭਰਮ ਤੇ ਅਗਿਆਨ ਇਹ ਸਮੇਤ ਵਿਸ਼ਿਆਂ ਵਿਕਾਰਾਂ ਦੇ ਸਭ ਕੁਝ ਨਾਸ਼ ਹੋ ਗਿਆ ਹੈ। ਬੀਤ ਗਏ ਦਿਨ ਸਮਾ ਸੁਆਇਓ। ਤੇ 2 ਦਿਨ ਬੀਤ ਗਏ। ਜਿਹੜਾ ਮਹਾਰਾਜ ਨੇ ਸਮਾਂ ਦੱਸਿਆ ਸੀ ਨਾ ਬਾਬਾ ਮਹਾਦੇਵ ਨੂੰ, ਉਹ ਸਮਾਂ ਜਦੋਂ ਆ ਗਿਆ ਹੈ। ਜਾਣਿਓ ਤਨ ਕੋ ਤਜਨ ਸੁਭਾਏ। ਤੇ ਜਾਣਿਆ ਬਾਬਾ ਮਹਾਦੇਵ ਜੀ ਵੀ ਸਾਡਾ ਸਮਾਂ ਆ ਗਿਆ, ਸਰੀਰ ਨੂੰ ਛੱਡ ਦਈਏ ਜੀ। ਸ਼੍ਰੀ ਅਰਜਨ ਟਿਕ ਹੋਵੇ ਕਰ ਪੌਢਿਓ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਪਾਸ ਜਾ ਕੇ ਤੇ ਧਰਤੀ ਤੇ ਲੇਟ ਗਏ ਹਨ। ਕਹਿਓ ਪ੍ਰਾਨ ਅਬ ਮੇਰੋ ਜਾਏ। ਆਖਿਆ ਸਤਿਗੁਰੂ ਜੀ ਲਓ ਹੁਣ ਅਸੀਂ ਸਰੀਰ ਛੱਡਣ ਲੱਗੇ ਹਾਂ, ਪ੍ਰਾਣ ਤਿਆਗਣ ਲੱਗੇ ਹਾਂ। ਤਬ ਸਤਿਗੁਰ ਪਰਵਾਰ ਸਹਿਤ ਕੋ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀਆਂ ਸੁਣ ਕੇ ਤੇ ਗੁਰੂ ਅਮਰਦਾਸ ਮਹਾਰਾਜ ਦੇ ਸਾਰੇ ਪਰਿਵਾਰ ਨੂੰ ਮੋਹਰੀ ਤਤ ਛਿਨ ਲੀਨ ਬੁਲਾਏ। ਸਾਰਿਆਂ ਨੂੰ ਬਾਬਾ ਮੋਹਰੀ ਜੀ ਦੇ ਸਮੇਤ ਸਾਰੇ ਪਰਿਵਾਰ ਨੂੰ ਛੇਤੀ ਬੁਲਾ ਲਿਆ ਪਾਸ ਆਪਦੇ। ਸੰਸਰਾਮ ਦੇਹ ਸਾਥ ਅਰਥ ਮਲ। ਤੇ ਬਾਬਾ ਮੋਹਰੀ ਜੀ ਪਹੁੰਚੇ ਦਵਾ ਦਵ। ਸੰਸਰਾਮ ਬਾਬਾ ਮੋਹਨ ਜੀ ਦਾ ਪੁੱਤਰ ਨਾਲ ਹੈ, ਗੁਰੂ ਅਮਰਦਾਸ ਪਾਤਸ਼ਾਹ ਦਾ ਪੋਤਰਾ। ਤੇ ਨਾਲ ਭਾਈ ਆਨੰਦ ਜੀ ਹਨ, ਆਰਤ ਮਲ ਹਨ, ਸੰਸਰਾਮ ਹਨ। ਸਿੱਖ ਸੰਗਤ ਆਨੰਦ ਸੁਆਏ। ਤੇ ਸੰਗਤ ਵੀ ਨਾਲ ਹੈ ਬਹੁਤ ਸਾਰੀ। ਤੇ ਭਾਈ ਆਨੰਦ ਜੀ ਵੀ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਵੀ ਪਹੁੰਚਾ ਹੈ। ਸੱਤਾ ਅਰ ਬਲਵੰਡ ਬੁਲਾਏ। ਹਜ਼ੂਰ ਨੇ ਗੁਰੂ ਘਰ ਦੇ ਕੀਰਤਨੀਏ ਭਾਈ ਰਾਏ ਸੱਤਾ ਜੀ, ਰਾਏ ਬਲਵੰਡ ਜੀ ਵੀ ਸੱਦ ਲਏ ਹਨ। ਕਰਹਾ ਕੀਰਤਨ ਬਚ ਫੁਰਮਾਏ। ਮਹਾਰਾਜ ਨੇ ਬਚਨ ਕੀਤਾ ਕਿ ਭਾਈ ਸਤ ਬਲਵੰਡ ਜੀ ਆਪ ਜੀ ਕੀਰਤਨ ਆਰੰਭ ਕਰਨਾ ਕਰੋ। ਭਈ ਪੀਰ ਤੁਨ ਉੱਠੀ ਸ਼ਬਦ ਕੀ। ਹੁਣ ਬਾਬਾ ਮਹਾਦੇਵ ਜੀ ਸਰੀਰ ਤਿਆਗ ਰਹੇ ਐ। ਬਹੁਤ ਭੀੜ ਲੱਗ ਗਈ ਸੰਗਤਾਂ ਦੀ, ਵੇਖਣ ਵਾਲਿਆਂ ਦੀ। ਬੜੀ ਸ਼ਬਦ ਦੀ ਧੁਨਕਾਰ ਉੱਠੀ ਹੈ।
ਜੈ ਜੈਕਾਰ ਹੁੰਦੀ ਹੈ, ਕੀਰਤਨ ਦੇ ਝੁਨਕਾਰ ਪੈਂਦੇ ਹਨ। ਸੁਣ ਬੈਰਾਗ ਸਭਿਨ ਉਪਜਾਏ। ਗੁਰਬਾਣੀ ਦੇ ਸ਼ਬਦ ਸੁਣ ਸੁਣ ਕੇ ਨਾ ਤੇ ਸਾਰਿਆਂ ਦੇ ਮਨ ਵਿੱਚ ਜਿਹੜਾ ਹੈ ਉਹ ਵੈਰਾਗ ਪੈਦਾ ਹੋ ਰਿਹਾ ਹੈ। ਭਈ ਮਹਾਦੇਵ ਸਭ ਹਿਨ ਕੋ ਪਿਖ ਕਰ। ਤੇ ਬਾਬਾ ਮਹਾਦੇਵ ਜੀ ਆਈ ਹੋਈ ਸਾਰੀ ਸੰਗਤ ਨੂੰ ਵੇਖ ਕਰਕੇ ਕਰ ਕੋ ਜੋਰ ਬੰਦਨਾ ਕੀਨ। ਖੜੇ ਹੋ ਕੇ ਖਾਲਸਾ ਜੀ ਦੋਵੇਂ ਹੱਥ ਜੋੜ ਲਏ ਬਾਬਾ ਮਹਾਦੇਵ ਜੀਆਂ ਤੇ ਸਾਰੀ ਸੰਗਤ ਨੂੰ ਮੱਥਾ ਟੇਕ ਦਿੱਤਾ ਹੈ। ਛਿਮਹ ਸਰਬ ਹੀ ਜੇ ਮਮ ਅਵਗੁਣ। ਤੇ ਧਰਤੀ ਤੇ ਮੱਥਾ ਟੇਕ ਕੇ ਆਖਿਆ, ਹੇ ਗੁਰੂ ਪਿਆਰੀ ਸਾਧ ਸੰਗਤ ਜੀ, ਮੇਰੇ ਵਿੱਚ ਬੜੇ ਔਗਣ ਹੈ, ਜੀਵਨ ਵਿੱਚ ਮੈਂ ਬੜੇ ਔਗਣ ਕੀਤੇ ਹੋਣੇ ਆ, ਆਪ ਮਿਹਰ ਭਰੀ ਦ੍ਰਿਸ਼ਟੀ ਰੱਖਣਾ। ਸਾਰੀ ਸੰਗਤ ਨੇ ਗੁਰੂ ਅਗੇ ਅਰਦਾਸ ਕਰ ਮੇਰੇ ਸਾਰੇ ਔਗਣ ਬਖਸ਼ਾ ਦੇਣੇ ਜੀ। ਸਤ ਸੰਗਤ ਗੁਰ ਸਿੱਖ ਪ੍ਰਬੀਨ। ਕਿਉਂਕਿ ਗੁਰੂ ਦੀ ਸਿੱਖ ਸੰਗਤ ਬੜੀ ਸਿਆਣੀ ਪ੍ਰਬੀਣ ਹੈ ਤੇ ਸਰਬ ਕਲਾ ਸਮਰੱਥ ਹੈ। ਮੇਰੀ ਵੀ ਅਰਦਾਸ ਕਰ ਦੇਣਾ ਗੁਰੂ ਅਮਰਦਾਸ ਮਹਾਰਾਜ ਆਪਣੇ ਚਰਨਾਂ ਵਿੱਚ ਨਿਵਾਸਾ ਬਖਸ਼ਿਸ਼ ਕਰਨਾ। ਦੇਹੋ ਸਕਲ ਬਰ ਮਨ ਲਹਿ ਥਿਰ ਕੁਰ। ਮੈਨੂੰ ਵਰਦਾਨ ਦਿਓ ਸਾਰੇ, ਮੈਂ ਵੀ ਆਪਣਾ ਮਨ ਜਿਹੜਾ ਥਿਰ ਕਰ ਲਵਾਂ। ਪਰਮੇਸ਼ਵਰ ਮੈਂ ਹੋਵਸ ਲੀਨ। ਤੇ ਪਰਮੇਸ਼ਰ ਦੇ ਵਿੱਚ ਮੈਂ ਲੀਨ ਹੋ ਜਾਵਾਂ। ਸਾਧ ਸੰਗਤ ਮੈਨੂੰ ਅਸੀਸ ਬਖਸ਼ਣਾ ਸਾਰਿਆਂ ਨੇ। ਸੁਣ ਕਰ ਸਭਨ ਨਮੋ ਤਿਸ ਕੋ ਕਰ। ਸਾਰੀ ਸੰਗਤ ਨੇ ਸੁਣ ਕੇ ਬਾਬਾ ਮਹਾਦੇਵ ਜੀ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਅਸਰ ਪਰੇ ਦ੍ਰਿਗ ਤਨ ਤਜ ਚੀਨ। ਬਾਬਾ ਮਹਾਦੇਵ ਜੀ ਨੂੰ ਸਰੀਰ ਛੱਡਦਿਆਂ ਵੇਖ ਕੇ ਸਾਰੀ ਸੰਗਤ ਦੇ ਨੇਤਰਾਂ ਚੋਂ ਜਲ ਵਹਿੰਦਾ ਹੈ। ਪੌਢਿਓ ਪਾਏ ਬਦਨ ਪਰ ਅੰਬਰ। ਧਰਤੀ ਤੇ ਲੇਟ ਗਏ, ਸਰੀਰ ਉੱਪਰ ਚਿੱਟਾ ਕਪੜਾ ਤਾਣ ਲਿਆ ਹੈ। ਤਤ ਛਿਨ ਤਨ ਤਾਜ ਸਭਨ ਮਝਾਰ। ਸੰਗਤ ਦੇ ਵੇਂਦਿਆਂ ਵੇਂਦਿਆਂ ਖਾਲਸਾ ਜੀ ਜਿਵੇਂ ਹਾਥੀ ਗਲ ਚੋਂ ਮਾਲਾ ਲਾ ਕੇ ਸੁੱਟਦਾ ਹੈ ਤੇ ਸੱਪ ਪੱਕੀ ਕੁੰਜ ਲਾਉਂਦਾ ਹੈ, ਪੱਕੇ ਨਾਰੀਅਲ ਚੋਂ ਗਿਰੀ ਵੱਖ ਹੁੰਦੀ ਹੈ, ਐਦਾਂ ਜਰੇ ਜਦੇ ਹੀ ਰਾਜਾ ਪੋਸ਼ਾਕਾ ਬਦਲ ਕੇ ਸਿੱਟ ਦਿੰਦਾ ਹੈ। ਇਸ ਤਰ੍ਹਾਂ ਬਾਬਾ ਮਹਾਦੇਵ ਜੀਆਂ ਸਾਰੀ ਸੰਗਤ ਦੇ ਵੇਂਦਿਆਂ ਵੇਂਦਿਆਂ ਸਰੀਰ ਤਿਆਗ ਦਿੱਤਾ ਹੈ। ਲੀਨ ਪਇਓ ਸ੍ਰੀ ਅਰਜਨ ਮਹਿਤਬ। ਤੇ ਜੋਤ ਰੂਪ ਹੋ ਕਰਕੇ ਬਾਬਾ ਮਹਾਦੇਵ ਜੀ ਸਰੀਰ ਚੋਂ ਜੋਤ ਨਿਕਲੀ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਹਿਰਦੇ ਵਿੱਚ ਲੀਨ ਹੋ ਗਈ ਹੈ। ਲਹੀ ਏਕਤਾ ਗਤੀ ਉਦਾਰ। ਵੱਡੀ ਗਤੀ ਪ੍ਰਾਪਤ ਹੋਈ ਹੈ, ਕਲਿਆਣ ਹੋਈ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵਿੱਚ ਹੀ ਏਕਤਾ ਪ੍ਰਾਪਤ ਕਰ ਲਈ, ਅਭੇਦਤਾ ਲੈ ਲਈ ਹੈ। ਧੰਨ ਧੰਨ ਮੁਖ ਕਰਹਿ ਉਚਾਰਨ। ਸੰਗਤ ਧੰਨ ਬਾਬਾ ਮਹਾਦੇਵ ਆਪ ਵਰਗਾ ਬ੍ਰਹਮ ਗਿਆਨੀ ਧੰਨ ਹੈ, ਇਸ ਤਰ੍ਹਾਂ ਉਚਾਰ ਕਰ ਰਹੀ ਹੈ। ਉਸਤਤ ਸੁਜਾਸ ਪਨਤ ਬਹਬਾਰ। ਸੰਗਤਾਂ ਵਾਰ-ਵਾਰ ਇਸ ਬ੍ਰਹਮ ਗਿਆਨੀ ਮਹਾਂਪੁਰਖ ਦੀ ਸੋਭਾ ਵਡਿਆਈ ਕਰ ਰਹੀਆਂ ਨੇ। ਸਤ ਨਾਮ ਸਿਮਰਹਿ ਬੈਰਾਗਹਿ। ਤੇ ਵੈਰਾਗ ਦੇ ਸਹਿਤ ਹੋਈ ਸੰਗਤ ਵਾਹਿਗੁਰੂ 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 ਦੇ ਜੈ ਜੈਕਾਰ ਨਾਮ ਸਿਮਰਨ ਕਰ ਰਹੀ ਹੈ। ਇਹ ਜਗ ਸਗੁਰੂ ਦੀ ਸਤ ਛਾਰ। ਤੇ ਆਪਸ ਚ ਗੱਲਾਂ ਕਰਦੇ ਐ ਵੀ ਬਾਬਾ ਮਹਾਦੇਵ ਜੀ ਵਰਗੀ ਬਿਰਤੀ ਪਾਤਸ਼ਾਹ ਸਾਨੂੰ ਵੀ ਬਖਸ਼ਿਸ਼ ਕਰੋ। ਅਸੀਂ ਵੀ ਜਾਣਦੇ ਆ ਵੀ ਸਾਰਾ ਸੰਸਾਰ ਮਿੱਟੀ ਦੀ ਢੇਰੀ ਹੈ। ਸਸਕਾਰਨ ਕੀ ਬਿਦ ਸਭ ਕੀਨਸ। ਤੇ ਇਸ ਤਰ੍ਹਾਂ ਫਿਰ ਸਭ ਨੇ ਰਲ ਕੇ ਬਾਬਾ ਮਹਾਦੇਵ ਜੀ ਦੇ ਅੰਤਮ ਸੰਸਕਾਰ ਦੀ ਸਾਰੀ ਵਿਧੀ ਕੀਤੀ ਹੈ। ਜਲ ਬਾਪੀ ਤੇ ਤਾਹੇ ਇਸ਼ਨਾਨ। ਬੌਲੀ ਸਾਹਿਬ ਦੇ ਜਲ ਦੇ ਨਾਲ ਸਰੀਰ ਦਾ ਇਸ਼ਨਾਨ ਬਾਹਰ ਕਰਵਾਇਆ ਹੈ। ਸੁੰਦਰ ਵਸਤਰ ਸਰਬ ਪਹਿਰਾਏ। ਤੇ ਸੋਹਣੇ ਵਸਤਰ ਪਹਿਨਾਉਣਾ ਕੀਤੇ ਹਨ। ਬਹੁਤ ਧਨ ਤੇ ਬਨਵਾਏ ਬਿਬਾਨ। ਬਹੁਤ ਧਨ ਖਰਚ ਕੇ ਸੁੰਦਰ ਬਿਬਾਨ ਬਣਵਾਉਣਾ ਕੀਤਾ ਹੈ। ਚਾਹੋਂ ਦਿਸ ਮਹਿ ਸੁਮਨ ਸੁਲਰ ਕਾਇਸ। ਤੇ ਜਿਹਦੇ ਤੇ ਸਰੀਰ ਜਾਣਾ ਬਾਬਾ ਮਹਾਦੇਵ ਜੀ ਦਾ, ਉਹਦੇ ਚਾਰ ਚਫੇਰੇ ਫੁੱਲਾਂ ਦੀਆਂ ਮਾਲਾਂ ਲਟਕਾਈਆਂ ਨੇ। ਪਾਏ ਦੁਸਾਲਾ ਮੂਲ ਮਹਾਨ। ਬੜੇ ਬੇਸ਼ਕੀਮਤੀ ਦੁਸ਼ਾਲੇ ਉਸ ਦੇ ਉੱਪਰ ਵਿਛਾਉਣਾ ਕੀਤੇ ਐ। ਗਨ ਚੰਦਨ ਅਰ ਸੰਚੈ ਕਾਸ਼ਟ। ਜਿੱਥੇ ਅੰਗੀਠਾ ਚਿਣਿਆ ਹੈ ਬਹੁਤ ਲੱਕੜ, ਜਿਸ ਵਿੱਚ ਚੰਦਨ ਹੀ ਚੰਦਨ ਸੁੰਦਰ ਹੈ। ਧੀਰ ਵਿਪਾਸਾ ਡਾਰੇ ਆਨ। ਬਿਆਸਾ ਨਦੀ ਦੇ ਦਰਿਆ ਦੇ ਕੰਢੇ ਉੱਪਰ ਸ਼੍ਰੀ ਅਰਜਨ ਅਰ ਸੰਗ ਮੋਹਰੀ। ਜਿੱਥੇ ਅੰਗੀਠਾ ਤਿਆਰ ਹੋਇਆ ਬਿਆਸਾ ਨਦੀ ਦਾ ਕੰਢਾ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜਿਨ੍ਹਾਂ ਦੇ ਨਾਲ ਬਾਬਾ ਮੋਹਰੀ ਜੀ ਪਾਸ ਹਨ। ਬ੍ਰਿਧ ਗੁਰਦਾਸ ਆਦ ਸਮੁਦਾਏ। ਬੜੇ ਮੋਹਰੀ ਸਿੱਖ ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਵਰਗੇ ਵੀ ਪਹੁੰਚੇ ਐ। ਕੰਧ ਉਠਾਏ ਚੱਲੇ ਪੁਰ ਬਾਹਿਰ। ਗੁਰੂ ਅਰਜਨ ਦੇ ਪਾਤਸ਼ਾਹ ਤੇ ਬਾਬਾ ਮੋਹਰੀ ਜੀ ਇਹ ਅੱਗੇ ਲੱਗੇ
ਤੇ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਇਹ ਅਰਥੀ ਨੂੰ ਮੋਢਾ ਦੇਣ ਵਾਸਤੇ ਪਿੱਛੇ ਨਾ ਚਾਹੁਣ ਨੇ। ਧੰਨ ਬਾਬਾ ਮਹਾਦੇਵ ਜੀ ਦੀ ਅਰਥੀ ਨੂੰ ਮੋਢਾ ਦਿੱਤਾ ਹੈ। ਧੁਨ ਸੰਖਨ ਕੀ ਅਧਿਕ ਬਜਾਏ, ਤੇ ਚੱਲਦਿਆਂ ਦੇ ਪਾਸ ਸ਼ੰਖਾਂ ਦੀ ਧੁਨ ਬੜੀ ਗੱਜ ਰਹੀ ਹੈ। ਚਮਰ ਟੁਰਾਵਤ ਜਾਤ ਬ੍ਰਿੰਦ ਨਰ, ਸਭ ਸੰਗਤਾਂ ਚੌਰ ਸਾਹਿਬ ਕਰਦੀਆਂ ਜਾ ਰਹੀਆਂ ਹਨ। ਤੀਰ ਬਿਪਾਸਾ ਸੁੰਦਰ ਥਾਏ, ਤੇ ਨਦੀ ਬਿਆਸਾ ਦਰਿਆ ਦੇ ਕੰਢੇ ਤੇ ਬਾਬਾ ਮਹਾਦੇਵ ਜੀ ਦਾ ਭੌਤਿਕ ਸਰੀਰ ਲੈ ਆਂਦਾ ਹੈ। ਜਿਨ ਕਰ ਚਿਤਾ ਸੁਚੰਦਨ ਗਨ ਤੇ, ਸਾਰੇ ਚੰਦਨ ਦੀ ਸੋਹਣੀ ਚਿਖਾ ਚਿਣ ਕਰਕੇ ਉਪਰ ਦੇਹ ਤਰਯੋਚ ਥਾਏ, ਤੇ ਬਾਬਾ ਮਹਾਦੇਵ ਜੀ ਦਾ ਸਰੀਰ ਉੱਚੇ ਥਾਂ ਤੇ ਇਸ ਚੰਦਨ ਦੀ ਚਿਖਾ ਤੇ ਚਿਣ ਦਿੱਤਾ ਰੱਖ ਦਿੱਤਾ ਹੈ। ਸ਼੍ਰੀ ਅਰਜਨ ਕਰ ਲੀਨ ਅਗਨ ਤਬ, ਆਪਣੇ ਹੱਥਾਂ ਵਿੱਚ ਅੱਗ ਦਾ ਬਬੂਕਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਪਕੜ ਕਰਕੇ ਨਰ ਅਨੁਸਾਰ ਰੁਦਨ ਕੋ ਠਾਨ, ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚ ਅੱਗ ਦੀ ਮਸ਼ਾਲ ਲੈਣਾ ਕੀਤੀ ਹੈ। ਪਾਸੇ ਆਸੇ ਸਾਰੀਆਂ ਸੰਗਤਾਂ ਦੇ ਨੇਤਰਾਂ ਵਿੱਚ ਜਲ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਸਾਧ ਸੰਗਤ ਜੀ ਹੈ ਪਰਮੇਸ਼ਰ ਹਨ, ਪਰ ਆਏ ਤਾਂ ਮਨੁੱਖਾ ਜਾਮੇ ਵਿੱਚ ਹੈ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਨੇਤਰ ਜਿਹੜੇ ਨਾ ਬਾਬਾ ਮਹਾਦੇਵ ਜੀਆਂ ਦੀ ਯਾਦ ਅੰਦਰ ਨਮ ਹੋ ਰਹੇ ਹਨ, ਜਿਵੇਂ ਸੰਸਾਰੀ ਲੋਕਾਂ ਦੇ ਕੀਨ ਲਗਾਵਣ ਉੱਚੇ ਰੋਬ ਰੋਦਤ, ਤੇ ਇਧਰ ਜਿਹੜੀ ਸੰਗਤ ਹੈ ਉੱਚੀ ਆਵਾਜ਼ ਵਿੱਚ ਬਾਬਾ ਮਹਾਦੇਵ ਜੀ ਦੀ ਯਾਦ ਵਿੱਚ ਨੇਤਰਾਂ ਵਿੱਚੋਂ ਜਲ ਕੇਰ ਰਹੀ ਹੈ। ਦੇਖ ਸਭ ਹੀ ਕੇ ਅਸਰ ਚੁਚਾਨ, ਕੋਈ ਨੇਤਰ ਨਹੀਂ ਜਿਸ ਨੇਤਰਾਂ ਦੇ ਵਿੱਚ ਜਲ ਨਹੀਂ ਹੈ, ਸਭ ਨੇਤਰ ਨਮ ਹਨ। ਆਓ ਸੰਸਾਰ ਵਿੱਚ ਸਾਧ ਸੰਗਤ ਜੀ ਭਗਤਾਂ ਦਾ ਇੱਕ ਫਰਮਾਨ ਹੈ, ਸਾਖਤ ਮਰਹਿ ਸੰਤ ਸਭ ਜੀਵ ਹੈ। ਭਗਤ ਜੀ ਕਹਿੰਦੇ ਜਿਹੜੇ ਸਾਖਤ ਹੈ ਨਾ ਮਾਇਆ ਦੇ ਪੁਜਾਰੀ ਸਾਰੇ ਹੀ ਮਰ ਜਾਣੇ ਚਾਹੀਦੇ ਆ, ਤੇ ਸੰਤ ਜਿਉਂਦੇ ਰਹਿਣ ਸੰਸਾਰ ਤੇ। ਸੰਤ ਮਰਦੇ ਆ ਤੇ ਉਦੋਂ ਭਗਤ ਜੀ ਕਹਿੰਦੇ ਸਾਨੂੰ ਦੁੱਖ ਹੁੰਦਾ ਵੀ ਸੰਸਾਰ ਦੇ ਵਿੱਚ ਪ੍ਰਭੂ ਤੇਰਾ ਨਾਮ ਲੈਣ ਵਾਲਾ ਇੱਕ ਮਨੁੱਖ ਹੋਰ ਚਲਾ ਗਿਆ ਹੈ, ਤੇਰੇ ਪਾਸ ਤੇਰੇ ਵਿੱਚ ਲੀਨ ਹੋ ਗਿਆ ਜਿਹੜਾ ਪਰਉਪਕਾਰੀ ਸੀ। ਤੋ ਇਹ ਸੋਚ ਕੇ ਸੰਗਤਾਂ ਨੇਤਰਾਂ ਵਿੱਚ ਜਲ ਲਿਆਉਂਦੀਆਂ ਹਨ। ਬ੍ਰਿਧ ਨੇ ਸਭ ਸਮਝਾਏ ਕਹਿ ਕਹਿ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਵਰਜਣਾ ਕੀਤਾ ਹੈ। ਕਰ ਹਨ ਸੋਕ ਇਹੀ ਜਗ ਮਗ ਜਾਨ, ਭਾਈ ਨਾਮ ਜਪੋ, ਸਾਰਿਆਂ ਨੇ ਇਸੇ ਰਸਤੇ ਜਾਣਾ ਹੈ। ਕੋਈ ਉਹਨਾਂ ਦੇ ਬਾਬਾ ਮਹਾਦੇਵ ਦੇ ਚੜ੍ਹਾਈ ਕੀਤੇ ਤੇ ਸ਼ੋਕ ਨਾ ਮਨਾਵੇ, ਨਾਮ ਦਾ ਆਵਾਜ਼ਾ ਆਵੇ, ਕੋਈ ਰੋਣ ਦੀ ਆਵਾਜ਼ ਨਾ ਆਵੇ। ਮਿਥਿਆ ਤਨ ਹੈ ਬਿਨ ਸੰਹਾਰੇ, ਨਾ ਮੈਂ ਨਾ ਤੁਸੀਂ ਕਿਸੇ ਨਹੀਂ ਰਹਿਣਾ, ਸਾਰਾ ਸੰਸਾਰ ਸਭ ਸਰੀਰ ਨਾਸ਼ਵੰਤ ਹਨ। ਮੇਲ ਬਣਿਓ ਜਲ ਨਾਉ ਸਮਾਨ, ਇਹ ਤਾਂ ਸਰੀਰਾਂ ਦਾ ਮੇਲ ਬਣਿਆ ਭਾਈ, ਜਿਵੇਂ ਪਾਣੀ ਤੇ ਬੇੜੀ ਦਾ ਹੁੰਦਾ ਹੈ। ਜਥਾ ਪ੍ਰਵਾਹ ਨਦੀ ਕੋ ਚੱਲ ਹੈ, ਜਿਵੇਂ ਬੇੜੀ ਦਾ ਪਾਣੀ ਇੱਕ ਵਾਰੀ ਜਿਹੜਾ ਪੂਰ ਲੰਘ ਗਿਆ ਪੂਰ ਨਹੀਂ ਚੜਦਾ, ਤੇ ਬੇੜੀ ਜਿਹੜਾ ਜਲ ਛੱਡ ਗਈ ਉਹ ਜਲ ਦੁਆਰਾ ਨਹੀਂ ਬੇੜੀ ਹੇਠਾਂ ਆਉਂਦਾ। ਜਿਵੇਂ ਚੱਲਦੇ ਹੋਏ ਨਦੀ ਦੇ ਪ੍ਰਵਾਹ ਦੇ ਵਿੱਚ ਤ੍ਰਿਣ ਮਿਲ ਜਾਹੇ ਵਿਛੁਰਤੇ ਫੇਰ, ਦੋ ਕੱਖ ਮਿਲਦੇ ਤੁਰੇ ਜਾਂਦੇ ਆ, ਤੇ ਛਲ ਨਾਲ ਜਦੋਂ ਦੂਰ ਹੋ ਜਾਂਦੇ ਆ ਨਦੀ ਦੇ ਪ੍ਰਵਾਹ ਚੋਂ ਕੱਖ ਇੱਕਰੀ ਵਿਛੜੇ ਫੇਰ ਨਹੀਂ ਮਿਲਦੇ। ਇਸ ਤਰ੍ਹਾਂ ਸੰਸਾਰ ਦੀ ਹਾਲਤ ਹੈ, ਸਰੀਰ ਵਿਛੜਦੇ ਆ, ਮਿਲਦੇ ਵਿਛੜਦੇ ਰਹਿੰਦੇ ਹਨ। ਤਥਾ ਸੰਬੰਧ ਸਰੀਰਨ ਸਭ ਕੋ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਰੋਵੋ ਨਾ ਸੰਗਤ ਜੀ, ਸੰਸਾਰ ਵਿੱਚ ਸਰੀਰਾਂ ਦਾ ਇਹੋ ਜਿਹਾ ਹੀ ਸੰਬੰਧ ਹੈ ਜਿਵੇਂ ਨਦੀ ਵਿੱਚ ਦੋ ਤੀਲੇ ਤਰੇ ਜਾਂਦੇ ਹੁੰਦੇ। ਗਿਆਨੀ ਜਾਣਹਿ ਜਗ ਮਹੇਰ, ਤੇ ਗਿਆਨਵਾਨ ਸਤਿਗੁਰਾਂ ਦੇ ਸਿੱਖ ਜਾਣਦੇ ਆ ਸੰਸਾਰ ਮਿਥਿਆ ਹੈ, ਝੂਠਾ, ਇਸ ਤਰ੍ਹਾਂ ਦੇਖਦੇ ਆ। ਕਹਾਂ ਸ਼ੋਕ ਇਸ ਤਨ ਕੋ ਕਰਬੋ, ਹਾਂਜੀ ਕਿਉਂ ਇਸ ਸਰੀਰ ਦਾ ਸ਼ੋਕ ਕਰਨਾ, ਮਿੱਟੀ ਦੀ ਢੇਰੀ ਦਾ। ਨਿਤ ਪਰਨਾਮੀ ਨਸਹਿ ਅਦੇਰ, ਜਿਹੜਾ ਨਾਸ ਹੋਣ ਲੱਗਿਆ ਦੇਰ ਨਹੀਂ ਲਾਉਂਦਾ। ਪਹਿਲਾਂ ਬੱਚਾ ਸੀ, ਫਿਰ ਵੱਡਾ ਹੋ ਗਿਆ, ਜਵਾਨ ਹੋ ਗਿਆ, ਬੁੱਢਾ ਹੋ ਗਿਆ, ਫਿਰ ਮਰ ਗਿਆ। ਜਿਹੜਾ ਸਰੀਰ ਦੀ ਹਾਲਤ ਵੀ ਸਥਿਰ ਨਹੀਂ ਹੈ, ਇੱਕੋ ਜਿਹਾ ਨਹੀਂ ਰਹਿੰਦਾ, 5 ਸਾਲ ਬਾਅਦ ਬਦਲਦਾ ਰਹਿੰਦਾ, ਛਿਣ ਬਾਅਦ ਬਦਲਦਾ ਰਹਿੰਦਾ, ਤੇ ਅੰਤ ਨੂੰ ਨਾਸ਼ ਹੋ ਜਾਂਦਾ ਛਿਣ ਵਿੱਚ। ਇਹੋ ਜਿਹੇ ਸਰੀਰ ਪਿੱਛੇ ਕਾਹਦਾ ਰੋਣ ਕਰਨਾ ਹੈ। ਏਕ ਆਤਮਾ ਸੋ ਸਤ ਸਮਝਾ, ਇੱਕ ਆਤਮਾ ਜਿਹੜੀ ਜੀਵ ਦੇ ਵਿੱਚੋਂ ਨਿਕਲ ਕੇ ਗਈ ਆ, ਉਹਨੂੰ ਸਮਝੋ,
ਉਹ ਕਦੇ ਮਰਦੀ ਨਹੀਂ, ਮਰਨਹਾਰ ਇਹੋ ਜਿਹੜਾ ਨਹੀਂ, ਉਹ ਤਾਂ ਸਦਾ ਸਤ ਹੈ। ਆਏ ਨ ਜਾਏ ਆਨੰਦ ਬਡੇ, ਉਹ ਤਾਂ ਵੱਡੇ ਆਨੰਦ ਸਰੂਪ ਹੈ ਭਾਈ। ਆਤਮਾ ਨਾ ਆਉਂਦੀ ਹੈ ਨਾ ਜਾਂਦੀ ਹੈ, ਜੰਮਦੀ ਮਰਦੀ ਨਹੀਂ। ਇਮ ਸੁਨ ਕਰੀ ਕਪਾਲ ਕਿਰਿਆ ਉਠ, ਇਸ ਤਰ੍ਹਾਂ ਸਾਧ ਸੰਗ ਜੀ ਸੁਣ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਨੇ ਵਰਜਿਤ ਕੀਤਾ, ਤੇ ਸਾਰਿਆਂ ਨੇ ਜਿਹੜਾ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਵਰਜਨ ਕੀਤਾ। ਅੰਤਮ ਸੰਸਕਾਰ ਬਾਬਾ ਮਹਾਦੇਵ ਜੀ ਦੇ ਕਰਨ ਦੀ ਕਿਰਿਆ ਸਭ ਨੇ ਕੀਤੀ ਹੈ। ਪੁਨਹ ਵਿਪਾਸਾ ਨੀਰ ਇਸ਼ਨਾਨ, ਫਿਰ ਸਾਰੀ ਸੰਗਤ ਨੇ ਇਸ਼ਨਾਨ ਪਾਣ ਇੱਥੇ ਜਿਹੜਾ ਬਿਆਸ ਦਰਿਆ ਹੈ ਇਸ ਦੇ ਅੰਦਰ ਕੀਤਾ ਹੈ। ਗਾਏ ਰਾਗ ਵੱਡ ਹੰਸੁਰ ਬਾਬੀ, ਜਿਹੜੇ ਰਬਾਬੀ ਸਿੱਖ ਹੈ ਨਾ ਉਹ ਵਡਹੰਸ ਰਾਗ ਗਾਉਂਦੇ ਆ, ਜਿਸ ਵਿੱਚ ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਨੇ ਅਲਾਣੀਆਂ ਉਚਾਰਨ ਕੀਤੀਆਂ ਨੇ। ਉਹ ਅਲਾਣੀਆਂ ਦਾ ਜਾਪ ਜਿਹੜਾ ਪਵਿੱਤਰ ਰਾਗੀ ਗਾ ਰਹੇ ਹਨ। ਪੌੜੀ ਲਾਏ ਸੁਨਾਵਹਿ ਕਾਨ, ਤੇ ਪੌੜੀਆਂ ਇਹਦੇ ਪਦ ਸ਼ਬਦ ਬੜਾ ਵਿਰਾਗ ਦੇ ਨਾਲ ਜਿਹੜੇ ਰਬਾਬੀ ਗਾ ਰਹੇ ਆ, ਸੰਗਤਾਂ ਕੰਨ ਲਾ ਕੇ ਸੁਣਦੀਆਂ ਹਨ। ਦੀਨ ਤਿਲਾ ਜੁਲ ਨਾਮ ਲੀਨ ਤਿਹ, ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਹਜ਼ੂਰੀ ਵਿੱਚ ਕੀਰਤਨ ਹੁੰਦਾ ਹੈ, ਤੋ ਸਾਰੀ ਸੰਗਤ ਵਿਰਾਗ ਸਹਿਤ ਹੋ ਰਹੀ ਹੈ। ਤੋ ਸਾਰੀ ਸੰਗਤ ਇਹ ਸਾਰਾ ਕਿਰਿਆ ਕਰਕੇ ਅੰਤਮ ਸੰਸਕਾਰ ਦੀ ਤੋ ਜਿਹੜਾ ਕੋਈ ਫੁੱਲਾਂ ਦੀ ਰਸਮ ਹੁੰਦੀ ਹੈ ਉਹ ਕਰਨਾ ਕੀਤੀ ਹੈ। ਪੰਚਾਮ੍ਰਿਤ ਵਰਤਾਏ ਹੋ ਆਨ, ਵਾਹਿਗੁਰੂ ਜਾਂ ਜਿਹੜਾ ਤਿਲ ਜੁਲ ਫੁੱਲ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਦਾਨ ਕੀਤਾ ਹੈ। ਤੋ ਨਾਲ ਹੀ ਜਿਹੜੇ ਸਿੱਖ ਹੈ ਪੰਚਮ ਕੜਾਹ ਪ੍ਰਸ਼ਾਦੀ ਦੇਗ ਸਜਾ ਹਾਜ਼ਰ ਕਰ ਦਿੱਤੀ, ਭੋਗ ਲੱਗਿਆ ਤੇ ਕੜਾਹ ਪ੍ਰਸ਼ਾਦ ਦਾ ਗੱਫਾ ਵਰਤਾਇਆ ਹੈ। ਸਨੇ ਸਨੇ ਪੁਨਪੁਰ ਮਹਿ ਆਏ, ਤੋ ਧੀਰੇ ਧੀਰੇ ਸੱਚੇ ਪਾਤਸ਼ਾਹ ਜੀ ਇੱਥੇ ਗੋਇੰਦਵਾਲ ਨਗਰ ਵਿੱਚ ਆ ਗਏ ਹਨ। ਬਾਪੀ ਆਗੇ ਲਾਏ ਦੀਵਾਨ, ਬੌਲੀ ਸਾਹਿਬ ਦੇ ਲਾਗੇ ਜਿੱਥੇ ਗੁਰੂ ਅਮਰਦਾਸ ਦੀਵਾਨ ਲਾਉਂਦੇ ਇੱਥੇ ਦੀਵਾਨ ਸਜਾਇਆ ਹੈ। ਬ੍ਰਿੰਦ ਨਰਨ ਕੀ ਪੀਰ ਪਈ ਤਹਿ, ਬੜੇ ਸਿੱਖਾਂ ਗੁਰਮੁਖਾਂ ਦੀ ਭੀੜ ਹੋ ਰਹੀ ਹੈ। ਸ਼ਬਦ ਰਬਾਬੀ ਸੁੰਦਰ ਗਾਏ, ਰਬਾਬੀ ਸੁੰਦਰ ਸ਼ਬਦ ਕੀਰਤਨ ਗਾ ਰਹੇ ਹਨ। ਕਿਤਕ ਕਾਲ ਥਿਤ ਹੈ ਨਰ ਗਮਨੇ, ਕੁਝ ਕੁ ਸਮਾਂ ਬਹਿ ਕੇ ਸੰਗਤਾਂ ਮੁੜ ਗਈਆਂ ਹਨ। ਗੁਰੂ ਪ੍ਰਸੰਸਤ ਸਦਨ ਸਿਧਾਏ, ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇੱਕ ਰਸ ਬਿਰਤੀ ਹੈ। ਸੰਗਤਾਂ ਹਜੂਰ ਦੇ ਪ੍ਰਸ਼ੰਸਾ ਲੈ ਕੇ ਆਪਣੇ ਘਰਾਂ ਨੂੰ ਮੁੜ ਗਈਆਂ ਨੇ। ਸੁਣ ਸੁਣ ਗ੍ਰਾਮਨ ਕੇ ਸਿੱਖ ਪਹੁੰਚੇ, ਜਦੋਂ ਪਤਾ ਲੱਗਿਆ ਨਾ ਲਾਗੇ ਪਿੰਡਾਂ ਨੂੰ ਸੰਗਤਾਂ ਨੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਗੁਰੂ ਰਾਮਦਾਸ ਦੇ ਸਾਹਿਬਜ਼ਾਦੇ ਉਹ ਇਸ ਸੰਸਾਰੀ ਯਾਤਰਾ ਨੂੰ ਅਲਵਿਦਾ ਕਹਿ ਗਏ ਹੈ, ਪਰਮੇਸ਼ਰ ਵਿੱਚ ਲੀਨ ਹੋ ਗਏ ਆ, ਸੱਚਖੰਡ ਜਾ ਬਰਾਜੇ, ਤੇ ਬੜੀਆਂ ਸੰਗਤਾਂ ਪਹੁੰਚ ਰਹੀਆਂ ਹਨ। ਸ਼੍ਰੀ ਅਰਜਨ ਸਤਿਗੁਰ ਟਿਗ ਆਏ, ਤੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੇ ਪਾਸ ਆ ਰਹੀਆਂ ਹਨ। ਮਿਲ ਮਿਲ ਗਮਨੈ ਗੁਣ ਗਨ ਬਰਨ ਹੈ, ਤੇ ਸੱਚੇ ਪਾਤਸ਼ਾਹ ਦੇ ਪਾਸ ਆਉਂਦੀਆਂ ਸੰਗਤਾਂ ਗਰੀਬ ਨਵਾਜ ਮਹਾਰਾਜ ਦੇ ਪਾਸ ਤੇ ਬਾਬਾ ਮਹਾਦੇਵ ਜੀ ਦੇ ਬੜੇ ਗੁਣ ਗਾਉਂਦੀਆਂ ਹਨ, ਸੋਭਾ ਕਰਦੀਆਂ ਹਨ। ਮਹਾਦੇਵ ਆਪ ਗਏ ਸਮਾਏ, ਸੱਚੇ ਪਾਤਸ਼ਾਹ ਜੀ ਵੇਖੋ ਮਹਾਦੇਵ ਜੀ ਤਾਂ ਫਿਰ ਸਮਾ ਗਏ ਆ ਪਰਮੇਸ਼ਰ ਦੇ ਵਿੱਚ ਹੀ। ਦਿਵਸ ਤੀਸਰੇ ਪੁਸ਼ਪ ਪੁਸ਼ਪ ਭਸਮ ਸਭ, ਤੇ ਇਸ ਤਰ੍ਹਾਂ ਸੰਗਤਾਂ ਜਿਹੜੀਆਂ ਮਹਾਰਾਜ ਦੇ ਪਾਸ ਆਉਂਦੀਆਂ ਨੇ। ਤੀਜਾ ਦਿਨ ਖਾਲਸਾ ਜੀ ਜਦੋਂ ਹੋਇਆ ਹੈ ਤੇ ਜਿਹੜੇ ਕੋਈ ਆਪ ਜਿਨ੍ਹਾਂ ਨੂੰ ਫੁੱਲ ਕਹਿ ਦਿੰਦੇ ਆ ਅੰਗੀਠਾ ਚੁਣਨਾ ਹੁੰਦਾ ਹੈ। ਬੀਚ ਵਿਪਾਸਾ ਕੇ ਤੇ ਹਡਾਰ, ਤੀਜੇ ਦਿਨ ਉਹਨਾਂ ਅੰਗੀਠੇ ਦੇ ਸਮੇਤ ਹੱਡੀਆਂ ਫੁੱਲਾਂ ਦੇ ਸਾਰੀ ਭਸਮ ਸਵਾ ਚੁੱਕ ਕੇ ਜਿਹੜੀ ਹੈ ਉਹ ਬਿਆਸ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤੀ। ਇੱਥੇ ਵੀ ਸਾਧ ਸੰਗਤ ਜੀ ਨਿਰਣਾ ਹੋ ਗਿਆ ਹੈ, ਜਿਹੜਾ ਇਹ ਫੁੱਲ ਚੁਗਦੇ ਆ ਨਾ ਵਿੱਚੋਂ ਸਾਧ ਸੰਗਤ ਜੀ, ਇਹ ਸਿੱਖੀ ਦੀ ਰਵਾਇਤ ਨਹੀਂ ਹੈ। ਸਿੱਖ ਦੀ ਸਭ ਤੋਂ ਵੱਡੀ ਬੇਪਤੀ ਉਦੋਂ ਹੁੰਦੀ ਜਦੋਂ ਅੰਗੀਠਾ ਚੁਣਿਆ ਜਾਂਦਾ। ਜੇ ਗੁਰੂ ਕਾ ਸਿੱਖ ਹੈ ਸਾਧ ਸੰਗਤ ਜੀ, ਉਹਦਾ ਅੰਗੀਠਾ ਨਹੀਂ ਕਦੇ ਫੁੱਲੀ ਦਾ ਹੁੰਦਾ, ਉਹਦਾ ਅੰਗੀਠਾ ਸਾਂਭਿਆ ਜਾਂਦਾ ਹੁੰਦਾ। ਉਹਨੂੰ ਸਾਰੇ ਨੂੰ ਇਕੱਠਾ ਕਰਕੇ ਤੇ ਜਲ ਪ੍ਰਵਾਹ ਕੀਤਾ ਜਾਂਦਾ ਸਮੇਤ ਰਾਖ ਦੇ। ਤੇ ਜਿਹੜਾ ਅੰਗੀਠਾ ਫੋਲਣਾ ਖਾਲਸਾ ਜੀ ਉਹ ਬਹੁਤ ਬੇਹੁਰਮਤੀ ਹੈ, ਉਹ ਗੁਰੂ ਕੇ ਸਿੱਖ ਦੀ ਬੇਪਤੀ ਹੁੰਦੀ ਹੈ ਅੰਗੀਠਾ ਫੋਲਣਾ। ਤੋ ਸਾਰੇ ਜਿਹੜਾ ਅੰਗੀਠਾ ਬਣਿਆ ਤਣਿਆ
ਉਸੇ ਨੂੰ ਸਾਰੇ ਨੂੰ ਸਾਧ ਸੰਗਤ ਠੰਡਾ ਹੋਇਆ ਤੇ ਇਕੱਠਾ ਕਰਕੇ ਤੇ ਜਲ ਪ੍ਰਵਾਹ ਕਰ ਦੇਣਾ। ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਮਹਾਦੇਵ ਜੀ ਦਾ ਅੰਗੀਠਾ ਆਪਦੇ ਹੱਥੀਂ ਇਸ ਤਰ੍ਹਾਂ ਜਲ ਪ੍ਰਵਾਹ ਕੀਤਾ ਹੈ। ਦਿਨ ਦੋ ਇੱਕ ਸ਼੍ਰੀ ਅਰਜਨ ਤੇ ਹਠਾ, ਤੇ 2 ਕੁ ਦਿਨ ਮਹਾਰਾਜ ਹੋਰ ਇੱਥੇ ਰਹੇ ਹਨ। ਬਸੇ ਕਿਰਿਆ ਕਰ ਜਿਤਕ ਸੰਸਾਰ, ਜਿੰਨੀ ਕੁ ਕਿਰਿਆ ਬਣੀ ਹੈ ਮਰਨ ਪਰਣਾਏ ਉਤੋਂ ਬਾਅਦ ਉਹ ਸਾਰੀ ਕਿਰਿਆ ਕਰਮ ਕੀਤਾ ਹੈ। ਕਰੀ ਜਥੋਚਿਤ ਸਕਲ ਬਾਰਤਾ, ਤੇ ਫਿਰ ਜਥਾ ਉਚਿਤ ਸੀ ਮਹਾਰਾਜ ਨੇ ਸਭ ਸੰਗਤ ਨਾਲ ਕਥਾ ਵਿਚਾਰ ਕੀਤੀ ਹੈ। ਜਥਾ ਮੋਹਰੀ ਬਚਨ ਉਚਾਰ, ਤੇ ਜਿਹੋ ਜੇ ਬਾਬਾ ਕੋ ਮੋਹਰੀ ਜੀਆਂ ਦੱਸਿਆ ਉਸੇ ਤਰ੍ਹਾਂ ਸਤਿਗੁਰਾਂ ਨੇ ਸੰਗਤਾਂ ਨਾਲ ਮੇਲ ਮਿਲਾਪ ਤੇ ਕਥਾ ਵਾਰਤਾ ਕਹਿ ਸੁਣਾ ਦਿੱਤੀ ਹੈ। ਮਿਲ ਮਿਲ ਕਰੈ ਵਿਰਾਗ ਅਨਕ ਵਿਧ, ਜਿਹੜੇ ਬਾਬਾ ਮਹਾਦੇਵ ਜੀ ਨੂੰ ਪ੍ਰੇਮ ਕਰਨ ਵਾਲੀ ਸੰਗਤ ਸੀ ਨਾ, ਉਹ ਮਿਲ ਮਿਲ ਕੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਸ ਬਹੁਤ ਵੈਰਾਗ ਕਰਦੀ ਹੈ। ਸ਼੍ਰੀ ਗੁਰ ਅਮਰ ਕੇਰ ਪਰਵਾਰ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਪਰਿਵਾਰ ਸਤਿਗੁਰਾਂ ਦੀਆਂ ਮਾਮੀਆਂ ਮਾਮੇ ਮਾਮੇ ਦੇ ਪੁੱਤ ਬਹੁਤ ਵੈਰਾਗ ਕਰ ਰਹੇ ਹਨ। ਦੋਹਰਾ ਸੋਲਹ ਸਤ ਉਪਰ ਸਪਤ, ਤੋ ਕਵੀ ਜੀ ਕਹਿੰਦੇ ਬਾਬਾ ਮਹਾਦੇਵ ਜੀ ਜਿਹੜੇ ਆ ਸਤਪੁਰਖ ਮਹਾਂਪੁਰਖ ਜੋਤੀ ਜੋਤ ਸਮਾ ਗਏ ਆ, ਸੱਚਖੰਡ ਬਰਾਜ ਗਏ, ਉਹ 1607 ਉੱਪਰ ਭਾਵ 16 ਤੋਂ 7 ਬਿਕਰਮੀ ਸੰਮਤ ਮਹਾਦੇਵ ਜਨਮਿਆਸ, 1607 ਬਿਕਰਮੀ ਸੰਮਤ ਵਿੱਚ ਬਾਬਾ ਮਹਾਦੇਵ ਜੀ ਜਨਮੇ ਸਨ। ਉਪਰ 550 ਕੇ, ਤੇ ਫਿਰ 1607 ਵਿੱਚ ਬਾਬਾ ਮਹਾਦੇਵ ਜੀ ਦਾ ਜਨਮ ਹੋਇਆ ਸੀ ਤੇ 50 ਦੇ ਉੱਪਰ 5 ਸਾਲ ਹੋਰ ਭਾਵ 55 ਸਾਲ ਬਰਸ ਬੈਸ ਦਵੈ ਮਾਸ, ਤੇ 2 ਮਹੀਨੇ ਉੱਪਰ 55 ਸਾਲ ਤੇ 2 ਮਹੀਨੇ ਦੀ ਬਾਬਾ ਮਹਾਦੇਵ ਜੀ ਨੇ ਉਮਰ ਪੂਰਨ ਕੀਤੀ ਭੋਗੀ ਹੈ। 1662 ਅਧਿਕ, ਤੇ 1600 ਇਸੇ ਤਰ੍ਹਾਂ 1662 ਬਿਕਰਮੀ ਸੰਮਤ ਅੰਦਰ ਭਾਦਰੋਂ ਚੌਥ ਵਿਚਾਰ, ਤੇ ਭਾਦਰੋਂ ਦੇ ਚੌਥ ਵਦੀ, ਕਿਉਂਕਿ ਭਾਦਰੋਂ ਦੀ ਪੁੰਨਿਆਂ ਨੂੰ ਗੁਰੂ ਅਮਰਦਾਸ ਮਹਾਰਾਜ ਦਾ ਇੱਥੇ ਜੋਤੀ ਜੋਤ ਪੁਰਬ ਮਨਾਇਆ ਤੇ ਉਸ ਤੋਂ 4 ਦਿਨ ਬਾਅਦ ਬਾਬਾ ਮਹਾਦੇਵ ਜੀ ਜੋਤੀ ਜੋਤ ਚੜ੍ਹਾਈ ਕਰ ਗਏ ਸਨ, ਸੱਚਖੰਡ ਗਏ ਚਲੇ। ਭਾਦਰੋਂ ਦੀ ਵਦੀ 4 ਪੱਖ ਨੂੰ ਬਾਬਾ ਮਹਾਦੇਵ ਜੀ 55 ਸਾਲ 2 ਮਹੀਨੇ ਉਮਰ ਭੋਗ ਕਰਕੇ ਸੱਚਖੰਡ ਬਰਾਜ ਗਏ ਹੈ। ਮਹਾਦੇਵ ਪਰਲੋਕ ਪਾ, ਧੰਨ ਬਾਬਾ ਮਹਾਦੇਵ ਜੀ ਪਰਲੋਕ ਵਿੱਚ ਜਾ ਬਿਰਾਜੇ ਹੈ। ਗੁਰ ਕੋ ਪੁੱਤਰ ਉਦਾਰ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬੜੇ ਸਖੀ ਸੋਝੀਵਾਨ ਪੁੱਤਰ ਸਨ। ਸ਼੍ਰੀ ਅਰਜਨ ਗਮਨੇ ਤਬ ਹੈ, ਤੋ ਸਾਰੀ ਕਿਰਿਆ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਥੋਂ ਮੁੜ ਆਏ ਗੋਇੰਦਵਾਲ ਤੋਂ। ਸਤ ਸੰਗਤ ਲੈ ਸੰਗ, ਸਾਰੀ ਸੰਗਤ ਪਾਤਸ਼ਾਹ ਦੇ ਨਾਲ ਹੈ ਤੇ ਹਜੂਰ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਤੋਂ ਚਾਲਾ ਪਾ ਦਿੱਤਾ ਹੈ। ਸ਼੍ਰੀ ਅੰਮ੍ਰਿਤਸਰ ਕੇ ਗਏ, ਤੇ ਧੰਨ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਵਾਪਸ ਆ ਗਏ ਹਨ। ਦੇਤ ਭਗਤ ਕੋ ਰੰਗ, ਸਾਰੀਆਂ ਸੰਗਤਾਂ ਨੂੰ ਭਗਤੀ ਦਾ ਰੰਗ ਕਹੀਏ ਆਨੰਦ ਦਿੰਦੇ ਹੋਏ, ਵੰਡਦੇ ਹੋਏ, ਪ੍ਰੇਮਾ ਭਗਤੀ ਦੀ ਖੁਸ਼ਬੂ ਖਿਲਾਰਦੇ ਹੋਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਬਾ ਮਹਾਦੇਵ ਜੀ ਦੀ ਅੰਤਮ ਕਿਰਿਆ ਕਰਕੇ ਸੱਚੇ ਪਾਤਸ਼ਾਹ ਜੀ ਇੱਥੇ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਹਨ। ਇਸ ਤੋਂ ਬਾਅਦ ਸਾਧ ਸੰਗਤ ਜੀ ਕਵੀ ਜੀ ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਵਿੱਚ ਗੁਣ ਕਿਹੜੇ ਕਿਹੜੇ ਸਨ ਉਹਨਾਂ ਗੁਣਾਂ ਦਾ ਵਰਣਨ ਕਰਦੇ ਹੋਏ ਕਵੀ ਜੀਆਂ ਇੱਕ ਪ੍ਰਸੰਗ ਜਿਹੜਾ ਨਾ ਇੱਕ ਅੰਸੂ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਵਿੱਚ ਕਿਹੜੇ ਕਿਹੜੇ ਗੁਣ ਸਨ, ਕਿਹੜੇ ਕਿਹੜੇ ਦੈਵੀ ਗੁਣਾਂ ਦੇ ਖਜ਼ਾਨੇ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਉਹ ਸਾਰਾ ਦੱਸ ਰਹੇ ਆ ਕਵੀ ਜੀ। ਕਿਉਂਕਿ ਗੁਣ ਤਾਂ ਬੇਅੰਤ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ, ਪਰ ਜਿਵੇਂ ਸਾਧ ਸੰਗਤ ਜੀ ਜਿੰਨੀ ਕੁ ਕਿਸੇ ਦੀ ਨਿਗਾਹ ਹੁੰਦੀ ਓਨੀ ਦੂਰ ਵੇਖ ਲੈਂਦਾ ਹੈ। ਕਵੀ ਜੀਆਂ ਨੂੰ ਜਿਹੜੇ ਜਿਹੜੇ ਪਾਤਸ਼ਾਹ ਦੇ ਗੁਣ ਦਿਸ ਰਹੇ ਹੈ ਉਹਨਾਂ ਗੁਣਾਂ ਦਾ ਵਰਣਨ ਕਥਨ ਕਵੀ ਜੀ ਜਿਵੇਂ ਕਰਨਗੇ ਅਗਲੇ ਅੰਸੂ 23 ਦੇ ਅੰਦਰ, ਉਹ ਆਪਾਂ ਰਲ ਮਿਲ ਕਰਕੇ ਕੱਲ ਦੇ ਦੀਵਾਨ ਵਿੱਚ ਸੁਣ ਵਿਚਾਰ ਲਵਾਂਗੇ। ਇੱਥੇ ਸਮਾਪਤੀ ਹੈ। ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼੍ਰੀ ਅਰਜਨ ਗਮਨੇ ਤਬ ਹੈ, ਸਤ ਸੰਗਤ ਲੈ ਸੰਗ, ਸ਼੍ਰੀ ਅੰਮ੍ਰਿਤਸਰ ਕੋ ਗਏ, ਦੇਤ ਭਗਤ ਕੋ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।